गुरु नानक पद पंकज पद पंकज बंधनु सिमरो अंगद दोष निबंध गुर अमर दास हृदय नित त्यागो हृदय श्री गुरु रामदास गुरु अर्जन विघ्नन के नासक विघ्नन के नासक कार गोविंद शुभ मत प्रकाशक हर राय नमो कार जोरी नमो कार जोरी श्री हर कृष्ण मनाओ बहोरी तेग बहादुर परम कृपाला जी परम कृपाला श्री गुरु गोबिंद सिंह बिसाला तरो तरा पर पुन पुन सीसा जी पुन पुन सीसा बंदों बार बार जगदीसा कंकार सतगुरु ते प्रसाद सच होए वाहिगुरु जी की फतेह है विघ्न विनाशन सोए जम है अमृत ज्ञान है मानक भगत वैराग गुरु ग्रंथ साहिब उदद बंदों कार्य अनुराग गुरु ग्रंथ साहिब उदद बंदों कार्य अनुराग चौपाई डाल सिंह कंकन दोनों उतरे हित तकराई गुर टिग तरे सुंदर खंडा देओ टिकाई बाही संग मंच के लाई। वाहिगुरु जी का खालसा वाहिगुरु जी की फतेह। परम सत्कारयोग सन्मान योग गुरु की साजी और नवाजी हुई गुरु खालसा साध संगत जियो तंता दे पात्र हो कि दिन दुनिया दे मालक नौवें पातशाह श्री गुरु तेग बहादुर साहब जी महाराज जी दे पावन पवित्र चरण छो प्राप्त इतिहासक स्थान ते नतमस्तक हो के श्री गुरु ग्रंथ साहिब जी महाराज जी दी पवित्र पावन हजूरी विच हाजरियां भर रहे दीन ते दुनिया दे वालिए कुल आलम दशमेश पिता सरबंस दानी श्री गुरु गोबिंद सिंह साहब जी महाराज जी दियां सिफतां करन ते सुनन दा सुभाग समा सानू सारिआं नूं प्राप्त होया। कलगीधर जी ने श्री दमदमा साहब तो दक्षिण दिशा नूं कूच कीता है
ਰਸਤੇ ਵਿੱਚ ਕੁਝ ਪਿੰਡਾਂ ਨੂੰ ਸਫਲਿਆਂ ਕਰਕੇ ਜੀਵਾਂ ਦਾ ਉਧਾਰ ਕਰਦਿਆਂ ਝੰਡਾ ਆਦਿਕ ਨਗਰਾਂ ਤੋਂ ਹੁੰਦਿਆਂ ਸਰਸੇ ਵੱਲ ਵਧੇ ਹਨ। ਨੌਰ ਦੇ ਨੇੜੇ ਜਾ ਪਹੁੰਚੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਰਾਮ ਸਿੰਘ ਨੇ ਆਪਣੇ ਭਰਾ ਫਤਿਹ ਸਿੰਘ ਨੂੰ ਵਾਪਸ ਟੋਰਿਆ। ਰਾਮ ਸਿੰਘ ਨੇ ਆਗਿਆ ਲਈ ਕਿ ਮਹਾਰਾਜ ਫਤਿਹ ਸਿੰਘ ਨੂੰ ਵਾਪਸ ਟੋਰ ਦਿਓ। ਗਰੀਬ ਨਵਾਜ ਜੀ ਕਹਿਣ ਲੱਗੇ, ਫਤਿਹ ਸਿੰਘ ਨਹੀਂ ਜਾਣਾ ਚਾਹੁੰਦਾ, ਨਾਲ ਤੂੰ ਵੀ ਜਾਣਾ ਚਾਹੁੰਦਾ। ਸਤਿਗੁਰਾਂ ਦੀ ਜਿਹੜੀ ਖੇਡ ਹੈ ਉਹ ਇਹਨਾਂ ਨੂੰ ਸਮਝ ਵਿੱਚ ਨਹੀਂ ਆ ਰਹੀ। ਡੱਲਾ ਜਿਵੇਂ ਸਤਿਗੁਰਾਂ ਤੋਂ ਬੇਮੁਖ ਹੋ ਕੇ ਵਾਪਸ ਆਇਆ ਹੈ, ਉਹ ਕਥਾ ਦਾ ਅੱਜ ਜ਼ਿਕਰ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਡਲ ਸਿੰਘ ਕੰਕਨ ਦੋਨੋਂ ਉਤਰੇ। ਰਾਤ ਦਾ ਸਮਾਂ ਹੈ। ਭਾਈ ਡਲ ਸਿੰਘ ਜੀ ਸਤਿਗੁਰਾਂ ਦੇ ਪਹਿਰੇ ਤੇ ਖਲੋਣ ਲਈ ਤਿਆਰ ਹੋ ਰਹੇ ਨੇ। ਮਨ 'ਚ ਵਿਉਂਤਬੰਦੀ ਬਣਾ ਲਈ ਹੈ ਕਿ ਅੱਜ ਰਾਤ ਨੂੰ ਇੱਥੋਂ ਸਤਿਗੁਰਾਂ ਨੂੰ ਦੱਸੇ ਬਿਨਾਂ ਖਿਸਕ ਜਾਣਾ। ਡਲ ਸਿੰਘ ਦੇ ਹੱਥ ਦੇ ਵਿੱਚ ਦੋ ਬੜੇ ਕੀਮਤੀ ਕੜੇ ਸਨ, ਜਿਹੜੇ ਸਤਿਗੁਰਾਂ ਨੇ ਇਹਨੂੰ ਬਖਸ਼ੇ ਸੀ। ਉਹ ਕੜੇ ਲਾ ਕੇ ਨੇ ਸਤਿਗੁਰਾਂ ਦੇ ਕੋਲ ਰੱਖ ਦਿੱਤੇ ਤਕੜਾਈ ਵਾਸਤੇ ਵੀ, ਮਹਾਰਾਜ ਜੀ ਰਾਤ ਦਾ ਸਮਾਂ, ਬਾਹਰ ਮੈਂ ਵਿਦੇਸ਼ ਵਿੱਚ ਇੱਕ ਪ੍ਰਕਾਰ ਨਾਲ ਬੈਠੇ ਆ, ਇਹ ਹੱਥ ਵਿੱਚ ਪਾਣੇ ਯੋਗ ਨਹੀਂ। ਉਹ ਕੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਲੰਗੇ ਦੇ ਕੋਲ ਰੱਖ ਦਿੱਤੇ। ਹਿਤ ਤਕਰਾਈ ਗੁਰ ਟਿਗ ਤਰੇ। ਤਕਰਾਈ ਵਾਸਤੇ ਉਹ ਦੋਵੇਂ ਕੜੇ ਸਤਿਗੁਰਾਂ ਦੇ ਕੋਲ ਰੱਖ ਦਿੱਤੇ। ਸੁੰਦਰ ਖੰਡਾ ਦਿਓ ਟਿਕਾਈ। ਉਹਦੇ ਦੇ ਗਾਤਰੇ ਵਿੱਚ ਜਿਹੜਾ ਸੁੰਦਰ ਖੰਡਾ ਸੀ, ਉਹ ਖੰਡਾ ਵੀ ਸਤਿਗੁਰਾਂ ਦੇ ਪਲੰਗੇ ਦੇ ਨਾਲ ਇਹਨੇ ਟਿਕਾ ਦਿੱਤਾ। ਬਾਹੀ ਸੰਗ ਮੰਚ ਕੇ ਲਾਈ। ਪਲੰਗੇ ਦੀ ਜਿਹੜੀ ਬਾਹੀ ਸੀ, ਉਸ ਬਾਹੀ ਦੇ ਨਾਲ ਹੀ ਇਹਨੇ ਉਹ ਪਲੰਗੇ ਦੇ ਉਹ ਖੰਡਾ ਟਿਕਾ ਦਿੱਤਾ, ਰੱਖ ਦਿੱਤਾ। ਇਹ ਜਿਹੜਾ ਪਲੰਗਾ ਸੀ, ਇਹ ਭਾਈ ਪਰਮ ਸਿੰਘ ਤੇ ਧਰਮ ਸਿੰਘ ਹੋਣੀ ਰੋਜ਼ ਨਵਾਂ ਬਣਾਉਂਦੇ ਸੀ ਸਤਿਗੁਰਾਂ ਵਾਸਤੇ। ਭਾਈ ਰੂਪਾ ਜੀ ਦੀ ਅੰਸ਼ ਵੰਸ਼ ਵਿੱਚੋਂ ਇਹ ਦੋਨੇ ਮਹਾਂਪੁਰਖ ਹੋਏ। ਭਾਈ ਪਰਮ ਸਿੰਘ ਧਰਮ ਸਿੰਘ ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਜਦੋਂ ਸਤਿਗੁਰੂ ਜੀ ਦੱਖਣ ਨੂੰ ਗਏ ਨੇ, ਇਹਨਾਂ ਨੇ ਸਤਿਗੁਰਾਂ ਤੋਂ ਮੂਹਰੇ ਪਹਿਲਾਂ ਪਹੁੰਚ ਕੇ ਰੋਜ਼ ਨਵਾਂ ਪਲੰਗ ਬਣਾਉਣਾ ਤੇ ਸਤਿਗੁਰਾਂ ਲਈ ਆਸਣ ਲਾਣਾ, ਨਿਤ ਨਵਾਂ ਪਲੰਗਾ। ਕਿਉਂਕਿ ਜਾਤੀ ਕਰਕੇ ਤਰਖਾਣ ਸਨ ਤੇ ਲੱਕੜੀ ਦਾ ਕੰਮ ਕਰ ਲੈਂਦੇ ਸੀ। ਤੋ ਬੜੇ ਪਿਆਰ ਨਾਲ ਭਾਈ ਰੂਪਾ ਜੀ ਦੀ ਅੰਸ਼ ਵੰਸ਼ ਵਿੱਚੋਂ ਪਰਮ ਸਿੰਘ ਧਰਮ ਸਿੰਘ ਹੋਣਾ ਨੇ ਪਲੰਗਾ ਬਣਾਇਆ ਸੀ, ਜਿਹਦੇ ਤੇ ਸਤਿਗੁਰੂ ਬਿਰਾਜੇ ਸਨ। ਉਸ ਪਲੰਗੇ ਦੀ ਬਾਹੀ ਦੇ ਨਾਲ ਭਾਈ ਡਲ ਸਿੰਘ ਨੇ ਆਪਣੇ ਗਾਤਰੇ ਦਾ ਜਿਹੜਾ ਖੰਡਾ ਹੈ ਉਹ ਟਿਕਾ ਦਿੱਤਾ ਹੈ। ਨਿਸ ਜਬ ਪਾਈ ਅਧਿਕ ਅੰਧਕਾਰਾ। ਜਦੋਂ ਰਾਤ ਪੈ ਗਈ, ਕਾਫੀ ਵਧੀਆ ਵਾਹਵਾ ਹਨੇਰਾ ਹੋ ਗਿਆ, ਯਾਨੀ ਕਿ ਅੱਧੀ ਕੁ ਰਾਤ ਦਾ ਸਮਾਂ ਹੋਇਆ। ਹਿਤ ਭਾਜਨ ਕੇ ਕੀਨਸ ਤਿਆਰਾ। ਡਲ ਸਿੰਘ ਨੇ ਭੱਜਣ ਦੀ ਤਿਆਰੀ ਕੀਤੀ। ਇੱਥੋਂ ਸਤਿਗੁਰਾਂ ਦੇ ਕੋਲੋਂ ਜਾਣ ਦੀ, ਨੱਸਣ ਦੀ ਤਿਆਰੀ ਕੀਤੀ। ਗੁਰ ਡੇਰੇ ਕੀ ਕਰੀ ਪ੍ਰਦਰਸ਼ਨ। ਭਾਈ ਡਲ ਸਿੰਘ ਹੁਣ ਹੈ ਤਾਂ ਗੁਰੂ ਸਾਹਿਬ ਦਾ ਸੇਵਕ ਹੀ ਸੀ ਨਾ, ਭਾਵਨਾ ਤਾਂ ਸੀਗੀ ਗੁਰੂ ਪਾਤਸ਼ਾਹ ਪ੍ਰਤੀ, ਪਰ ਜਿਹੜੀ ਕਸਵੱਟੀ ਮੇਰੇ ਸਾਹਿਬ ਲਾ ਰਹੇ ਨੇ ਉਹਦੇ ਤੇ ਥੱਲੇ ਨਹੀਂ ਪੂਰਾ ਉਤਰਨਾ ਸੀ। ਸਤਿਗੁਰੂ ਜੀ ਦਾ ਜਿੱਥੇ ਡੇਰਾ ਸੀ, ਤੰਬੂ ਸੀ, ਇਹਨੇ ਮਹਾਰਾਜ ਜੀ ਦੇ ਤੰਬੂ ਦੇ ਚਾਰੇ ਪਾਸੇ ਫਿਰ ਕੇ ਪਰਿਕਰਮਾ ਕੀਤੀ। ਦੋਏ ਬਾਰ ਫਿਰ ਨੀਠ ਵਿਚਛਨ। ਦੋ ਵਾਰ ਪਰਿਕਰਮਾ ਕੀਤੀ ਬੜੇ ਸੋਹਣੇ ਢੰਗ ਦੇ ਨਾਲ।
ਪੁਨ ਫਿਰ ਬੇਕੀ ਧੀਰ ਨ ਰਹੀ। ਦੋ ਵੇਰੀ ਪਰਕਰਮਾ ਕਰਕੇ ਫਿਰ ਇਹਦੇ ਅੰਦਰ ਹੌਸਲਾ ਨਹੀਂ ਹੋਇਆ ਵੀ ਤੀਜੀ ਪਰਕਰਮਾ ਕਰ ਲਵਾਂ। ਕਰਨੀਆਂ ਤਾਂ 3 ਪਰਕਰਮਾ ਸੀ, ਤੀਜੀ ਪਰਕਰਮਾ ਕਰਨ ਦਾ ਹੌਸਲਾ ਨਹੀਂ ਹੋਇਆ ਵੀ ਕਿਤੇ ਸਤਿਗੁਰੂ ਜੀ ਜਾਗ ਨਾ ਪੈਣ ਤੇ ਮੈਨੂੰ ਵੇਖ ਨਾ ਲੈਣ। ਇਸ ਕਰਕੇ 2 ਹੀ ਪਰਕਰਮਾ ਇਹਨੇ ਕੀਤੀਆਂ। ਨਮੋ ਕਰੀ ਕਰ ਜੋਰੇ ਤਾਹੀਂ। ਉੱਥੇ ਹੀ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਬੜੇ ਪਿਆਰ ਨਾਲ ਮੱਥਾ ਟੇਕਿਆ ਤੇ ਚੱਲਣ ਦੀ ਤਿਆਰੀ ਕਰ ਲਈ। ਘਰ ਬਾਰੀ ਦਰਬਾਰੀ ਦੌਨ। ਇਹ ਤਾਂ ਭਾਈ ਡੱਲ ਸਿੰਘ ਜੀ ਪਿਛਾਂ ਨੂੰ ਮੁੜ ਗਏ ਦਮਦਮਾ ਸਾਹਿਬ ਨੂੰ, ਸਾਬੋ ਕੀ ਤਲਵੰਡੀ ਨੂੰ। ਇਹਨੂੰ ਜਾਂਦਿਆਂ ਵੇਖ ਕੇ ਜਿਹੜੇ 2 ਸਿੱਖ ਹੋਰ ਸਨ, ਕਰਬਾਰੀ ਸਿੰਘ ਤੇ ਦਰਬਾਰੀ ਸਿੰਘ, ਚੜ ਕਰ ਪਾਜ ਹਟਿਓ ਥਲ ਤੌਨ। ਉਹ ਵੀ ਨਾਲ ਹੀ ਭੱਜ ਕੇ ਉੱਥੋਂ ਉਸੇ ਜਗ੍ਹਾ ਤੋਂ ਜਿੱਥੋਂ ਡੱਲਾ ਜੀ ਗਏ ਉੱਥੋਂ ਹੀ ਕਰਬਾਰੀ ਸਿੰਘ ਤੇ ਦਰਬਾਰੀ ਸਿੰਘ ਵੀ ਵਾਪਸ ਮੁੜ ਗਏ। ਸੰਗ ਬਿਰਾੜ ਬਹੁਤ ਹਟਿਆਏ। ਭਾਈ ਡੱਲ ਸਿੰਘ ਦੇ ਨਾਲ ਬਹੁਤ ਸਾਰੇ ਬਰਾੜ, ਤਕਰੀਬਨ 100 ਬਰਾੜਾਂ ਨੇ ਤਾਂ ਅੰਮ੍ਰਿਤ ਛਕਿਆ ਸੀ ਭਾਈ ਡੱਲ ਸਿੰਘ ਦੇ ਸਮੇਤ। ਉਹਨਾਂ ਵਿੱਚੋਂ ਵੀ ਬਹੁਤੇ ਜਿਹੜੇ ਸਨ ਉਹ ਸਤਿਗੁਰਾਂ ਨੂੰ ਨਮਸਕਾਰ ਕਰਕੇ ਡੱਲ ਸਿੰਘ ਦੇ ਨਾਲ ਹੀ ਵਾਪਸ ਪਰਤ ਗਏ। ਇੱਕ ਸੋਢੀ ਕੋ ਭੀ ਸੰਗ ਲਿਆਏ। ਇੱਕ ਸੋਢੀ ਨੂੰ ਨਾਲ ਲੈ ਕੇ ਆਏ ਸਨ, ਉਹਨੂੰ ਵੀ ਨਾਲ ਹੀ ਲੈ ਗਏ। ਜਾਮ ਜਾਮਨੀ ਤੇ ਪ੍ਰਭ ਜਾਗੇ। ਕਲਗੀਧਰ ਜੀ ਦਾ ਰੋਜ਼ ਦਾ ਨਿਤਨੇਮ ਸੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਣਾ। ਅੱਜ ਵੀ ਸਤਿਗੁਰੂ ਜੀ ਰੋਜ਼ ਵਾਂਗੂ ਪਹਿਰ ਕੋ ਰਾਤ ਰਹਿੰਦੀ ਹੈ। ਸੁਬਾਹ ਅੰਮ੍ਰਿਤ ਵੇਲੇ ਦਾ ਸਮਾਂ 2:30-3 ਵਜੇ ਦਾ ਸਤਿਗੁਰੂ ਜੀ ਉੱਠੇ ਹਨ। ਸੋਚ ਇਸ਼ਨਾਨ ਕਰਨ ਕੋ ਲਾਗੇ। ਗਰੀਬਨ ਆਵਾਜ਼ ਪਾਤਸ਼ਾਹ ਜੀ ਸੋਚ ਇਸ਼ਨਾਨ ਵਿੱਚ ਲੱਗੇ ਹਨ। 4 ਕਰੀ ਕੇ ਅੰਮ੍ਰਿਤ ਵੇਲੇ। ਜਦੋਂ 4 ਘੜੀਆਂ ਅੰਮ੍ਰਿਤ ਵੇਲਾ ਬਾਕੀ ਰਹਿ ਗਿਆ, ਵਸਤਰ ਸ਼ਸਤਰ ਪਹਿਰੇ ਸਭ ਲੈ ਲੇ। ਸਤਿਗੁਰੂ ਜੀ ਨੇ ਆਪਣੇ ਸੋਹਣੇ ਬਸਤਰ, ਸੋਹਣੇ ਸ਼ਸਤਰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਹਨ। ਬੌਰ ਕਿਓ ਡੱਲ ਸਿੰਘ ਕੋ ਲਿਆਵੋ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ, ਆਖਿਆ ਭਾਈ ਡੱਲ ਸਿੰਘ ਨੂੰ ਲੈ ਕੇ ਆਓ। ਹਮ ਟਿਗ ਬੈਠੇ ਜਾਏ ਸੁਨਾਵੋ। ਭਾਈ ਡੱਲ ਸਿੰਘ ਨੂੰ ਲੈ ਕੇ ਆਓ, ਆ ਕੇ ਸਾਡੇ ਕੋਲ ਬੈਠਣ ਤੇ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ। ਦਲ ਮੈਂ ਰਹੇ ਬੇਨਵਾ ਏਕ। ਸਤਿਗੁਰੂ ਜੀ ਨੇ ਤੰਬੂ ਵਿੱਚ ਬੈਠਿਆਂ ਆਵਾਜ਼ ਮਾਰੀ ਵੀ ਡੱਲ ਸਿੰਘ ਨੂੰ ਲੈ ਕੇ ਆਓ। ਸਤਿਗੁਰਾਂ ਦੇ ਤੰਬੂ ਦੇ ਬਾਹਰ ਹੀ ਇੱਕ ਬੇਨਵਾ ਫਕੀਰ ਮਹਾਰਾਜ ਜੀ ਦੇ ਨਾਲ ਰਹਿੰਦਾ ਸੀ। ਇਹ ਬੇਨਵਾ ਫਕੀਰ ਚੰਗਾ ਗੁਰੂ ਸਾਹਿਬ ਦਾ ਭਗਤ ਸੀ, ਪਿਆਰਾ ਸੀ। ਹਿਤ ਦਰਸ਼ਨ ਕੇ ਜਲਦ ਬਬੇਤ। ਇਹ ਬੇਨਵਾ ਫਕੀਰ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਵਿਲਾਖੀ ਬਣ ਕੇ, ਸਤਿਗੁਰੂ ਜੀ ਦੇ ਦਰਸ਼ਨਾਂ ਦਾ ਕਾਂਖੀ ਬਣ ਕੇ ਗੁਰੂ ਪਾਤਸ਼ਾਹ ਦੇ ਨਾਲ ਵਿਚਰਦਾ ਹੈ। ਦੇਤ ਪਰਦਛਨਾ ਜਬ ਭਜ ਗਇਓ। ਜਦੋਂ ਰਾਤ ਨੂੰ ਡੱਲ ਸਿੰਘ ਪਰਕਰਮਾ ਕਰਕੇ ਭਜਿਆ ਜਾਂਦਾ ਸੀ ਨਾ, ਭੱਜੇ ਜਾਂਦੇ ਨੂੰ ਇਸ ਫਕੀਰ ਨੇ ਵੇਖਿਆ ਸੀ। ਇਹ ਜਾਗਦਾ ਹੀ ਸੀ ਬਾਹਰ ਬੈਠਾ ਤੰਬੂ ਦੇ। ਬੇਨਵੇ ਫਕੀਰ ਨੂੰ ਪਤਾ ਸੀ ਕਿ ਡੱਲ ਸਿੰਘ ਰਾਤ ਪਰਕਰਮਾ ਕਰਕੇ ਭੱਜ ਗਿਆ। ਨੀਕੀ ਰੀਤ ਨਿਹਾਰਤ ਭਇਓ। ਇਹਨੇ ਕੋਲ ਬੈਠੇ ਨੇ ਚੰਗੀ ਤਰ੍ਹਾਂ ਵੇਖਿਆ ਸੀ, ਡੱਲ ਸਿੰਘ ਨੂੰ ਇਹ ਪਛਾਣਦਾ ਸੀ। ਭਾਵੇਂ ਕਿ ਰਾਤ ਦਾ ਸਮਾਂ ਸੀ, ਫਿਰ ਵੀ ਇਹਨੂੰ ਸਿਆਣ ਸੀ ਕਿ ਡੱਲਾ ਜਿਹੜਾ ਉਹ ਪਰਕਰਮਾ ਕਰਕੇ ਜਾ ਰਿਹਾ ਹੈ। 3 ਗੁਰ ਸਨਮੁਖ ਗਿਰਾ ਉਚਾਰੀ। ਜਦੋਂ ਸਤਿਗੁਰਾਂ ਆਖਿਆ ਨਾ ਵੀ ਡੱਲ ਸਿੰਘ ਨੂੰ ਲਿਆਓ ਬੁਲਾ ਕੇ ਸਾਡੇ ਕੋਲ ਆ ਕੇ ਬੈਠੇ, ਤਾਂ ਇਹ ਬੇਨਵਾ ਫਕੀਰ ਮਹਾਰਾਜ ਜੀ ਦੇ ਸਨਮੁਖ ਹੀ ਆਇਆ। ਸਨਮੁਖ ਬਹਿ ਕੇ ਕਲਗੀਧਰ ਪਾਤਸ਼ਾਹ ਨੂੰ ਇਹ ਬੇਨਵਾ ਫਕੀਰ ਬੋਲ ਕੇ ਕਹਿਣ ਲੱਗਾ, ਕਿਤ ਦਰਬਾਰੀ ਕਿਤ ਘਰ ਬਾਰੀ। ਮਹਾਰਾਜ ਕਿੱਥੇ ਆ ਦਰਬਾਰੀ ਤੇ ਕਿੱਥੇ ਆ ਘਰ ਬਾਰੀ। ਜਾਂ ਉਹ ਵੀ ਗਏ ਸੀ ਨਾ ਨਾਲ, ਦਰਬਾਰੀ ਸਿੰਘ ਤੇ ਕਰਵਾਰੀ ਸਿੰਘ। ਮਹਾਰਾਜ ਉਹ ਦੀਵਾਨ ਸਨ ਗੁਰੂ ਸਾਹਿਬ ਦੇ। ਕਹਿਣ ਲੱਗਾ, ਮਹਾਰਾਜ ਕਿੱਥੇ ਦਰਬਾਰੀ ਤੇ ਕਿੱਥੇ ਘਰ ਬਾਰੀ। ਡੱਲਾ ਕਹਾ ਨਿਮੱਲਾ ਮੱਲਾ। ਮਹਾਰਾਜ ਡੱਲਾ ਕਿੱਥੇ ਤੇ ਡੱਲੇ ਦੇ ਨਾਲ ਜਿਹੜੇ ਉਹਦੇ ਮੱਲ ਸਨ ਉਹ ਕਿੱਥੇ। ਡੱਲਾ ਕਹਾ ਨਿਮੱਲਾ ਮੱਲਾ। ਮੱਲਾ ਦਾ ਮਤਲਬ ਉਹਦੀਆਂ ਜਿਹੜੀਆਂ ਫੌਜਾਂ, ਉਹਦੇ ਨਾਲ ਦੇ ਜਿਹੜੇ ਬਰਾੜ ਸਾਥੀ ਸੀ ਉਹਦੇ।
ਮਹਾਰਾਜ ਡੱਲਾ ਕਿੱਥੇ? ਤੇ ਉਸ ਦੇ ਮੱਲਾ ਮਾਰਨ ਵਾਲੇ ਸੂਰਮਿਆਂ ਵਿੱਚੋਂ ਵੀ ਕੋਈ ਸੂਰਮਾ ਉਹ ਨਹੀਂ ਰਿਹਾ ਇੱਥੇ। ਰਹਿਓ ਸੰਗ ਅੱਲਾ ਹੀ ਅੱਲਾ। ਮਹਾਰਾਜ ਹੁਣ ਤਾਂ ਨਾਲ ਬਸ ਅੱਲਾ ਹੀ ਅੱਲਾ ਰਹਿ ਗਿਆ। ਰਹਿਓ ਸੰਗ ਅੱਲਾ ਹੀ ਅੱਲਾ। ਮਹਾਰਾਜ ਹੁਣ ਤਾਂ ਅੱਲਾ ਹੀ ਅੱਲਾ ਰਹਿ ਗਿਆ ਨਾਲ। ਕਹੇ ਸਿੱਖ ਕਪਟੀ ਭੇਖ ਕੋ ਡਾਲੀ। ਮਹਾਰਾਜ ਇਹ ਆਪਣੇ ਆਪ ਨੂੰ ਸਿੱਖ ਕਹਿੰਦੇ ਸੀ ਵੀ ਅਸੀਂ ਗੁਰੂ ਜੀ ਦੇ ਸਿੱਖ ਹਾਂ। ਇਹਨਾਂ ਨੇ ਭੇਖ ਵੀ ਸਿੱਖੀ ਵਾਲਾ ਧਾਰਨ ਕੀਤਾ ਸੀ, ਪਰ ਢਾਲਾਂ ਇਹਨਾਂ ਦੀਆਂ ਘੁਟਾਲੀਆਂ ਹਨ। ਅੰਤ ਸਮੇਂ ਨਿਭੈ ਨੈ ਨਾਲੀ। ਇਹ ਨਾਲ ਨਹੀਂ ਸਨ ਨਿਭਣ ਵਾਲੇ ਮਹਾਰਾਜ, ਇਹ ਕਪਟੀ ਸਨ। ਭੇਖ ਸਿੱਖੀ ਦਾ ਸੀ ਪਰ ਨਾਲ ਨਿਭਣ ਵਾਲੇ ਨਹੀਂ ਸਨ। ਤਿਉ ਹੀ ਡੱਲਾ ਕੂੜ ਕੁਚੱਲਾ। ਮਹਾਰਾਜ ਡੱਲਾ ਵੀ ਉਹਨਾਂ ਭੇਖੀਆਂ ਵਾਂਗੂ ਹੀ ਨਿਕਲਿਆ ਜਿਵੇਂ ਭੇਖੀ ਪਹਿਲੇ ਸਨ। ਉਹਨਾਂ ਭੇਖੀਆਂ ਵਾਂਗੂ ਹੀ ਡੱਲਾ ਨਿਕਲਿਆ ਮਹਾਰਾਜ, ਝੂਠਾ ਤੇ ਕੁਚੱਲਾ ਭੈੜੇ ਚਾਲ ਚੱਲਣ ਵਾਲਾ। ਰਹਿਓ ਏਕ ਅੱਲਾ ਹੀ ਅੱਲਾ। ਮਹਾਰਾਜ ਨਾਲ ਹੁਣ ਰਹਿ ਗਿਆ ਕੱਲਾ ਅੱਲਾ ਹੀ ਅੱਲਾ, ਅੱਲਾ ਹੀ ਅੱਲਾ। ਮਹਾਰਾਜ ਜਿਹਦੇ ਤੇ ਤੁਸੀਂ ਪਿਆਰ ਨਾਲ ਸਤਿਕਾਰ ਨਾਲ ਮਾਣ ਕਰਦੇ ਸੋ ਕਹਿੰਦੇ ਸੀ ਡੱਲਿਆ ਤੈਨੂੰ ਬਾਦਸ਼ਾਹੀ ਲੈ ਦਈਏ, ਉਹ ਤਾਂ ਮਹਾਰਾਜ ਕੁਚੱਲਾ ਨਿਕਲਿਆ, ਝੂਠਾ ਨਿਕਲਿਆ, ਉਹ ਚਲਾ ਗਿਆ। ਮਹਾਰਾਜ ਰਾਤ ਮੈਂ ਆਪ ਜਾਂਦਾ ਵੇਖਿਆ ਹੈ। ਹੁਣ ਤਾਂ ਨਾਲ ਅੱਲਾ ਹੀ ਅੱਲਾ ਹੈ। ਨਿਭੈ ਕੂੜ ਨਾ ਸੱਚ ਅਗਾਰੀ। ਮਹਾਰਾਜ ਝੂਠ ਨਹੀਂ ਨਾਲ ਨਿਭਦਾ, ਅੱਗੇ ਤਾਂ ਸੱਚ ਹੀ ਨਿਭਦਾ ਹੈ। ਵਸੇ ਮੋਹ ਸੁਤ ਬੰਧ ਪਨਾਰੀ। ਇਹ ਆਪਣੇ ਟੱਬਰ ਦੇ ਪੁੱਤਰਾਂ ਤੇ ਨਾਰੀਆਂ ਦੇ ਮੋਹ ਵਿੱਚ ਫਸੇ ਹੋਏ ਲੋਕ ਸਨ। ਭਾਗਿਓ ਡੱਲਾ ਤਾਓ ਨਾ ਚੱਲਾ। ਮਹਾਰਾਜ ਭੱਜ ਗਿਆ ਡੱਲਾ, ਉਹਨੇ ਤੁਹਾਡਾ ਤਾਓ ਨਹੀਂ ਚੱਲਿਆ, ਉਹਨੇ ਤੁਹਾਡੀ ਕਸਵੱਟੀ ਨਹੀਂ ਚੱਲੀ। ਸੰਗ ਰਿਓ ਅੱਲਾ ਹੀ ਅੱਲਾ। ਮਹਾਰਾਜ ਹੁਣ ਤਾਂ ਨਾਲ ਰਹਿ ਗਿਆ ਅੱਲਾ ਹੀ ਅੱਲਾ। ਹੁਣ ਤਾਂ ਅੱਲਾ ਹੀ ਹੈ ਮਹਾਰਾਜ, ਨਾਲ ਅੱਲਾ ਹੀ ਬਾਕੀ ਹੈ। ਇੱਕ ਵਿਦਵਾਨ ਨੇ ਏਦਾਂ ਵੀ ਲਿਖਿਆ ਕਿ ਉਹਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਨਾ ਡੱਲਾ ਨਾ ਮੱਲਾ, ਗੁਰੂ ਇੱਕ ਇਕੱਲਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਗੁਰੂ ਨਾਲ ਅੱਲਾ, ਗੁਰੂ ਕਦੇ ਨਾ ਕੱਲਾ। ਜਦੋਂ ਮਹਾਰਾਜ ਜੀ ਨੇ ਕਿਹਾ ਡੱਲੇ ਨੂੰ ਸੱਦੋ, ਤਾਂ ਉਹ ਡੱਲਾ ਅੱਗੋਂ ਆਪਣੇ ਉਹ ਬੇਨਵਾ ਫਕੀਰ ਬੋਲਿਆ ਮਹਾਰਾਜ ਨਾ ਡੱਲਾ ਨਾ ਮੱਲਾ, ਗੁਰੂ ਇੱਕ ਇਕੱਲਾ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਗੁਰੂ ਨਾਲ ਅੱਲਾ, ਗੁਰੂ ਕਦੇ ਨਾ ਕੱਲਾ, ਕਿਉਂਕਿ ਗੁਰੂ ਹੈ ਹੀ ਅੱਲਾ ਦਾ ਸਰੂਪ। ਗੁਰੂ ਤਾਂ ਖੁਦ ਅੱਲਾ ਹੈ, ਗੁਰੂ ਤਾਂ ਖੁਦ ਪਰਮੇਸ਼ਰ ਹੈ, ਖੁਦ ਖੁਦਾ ਹੈ। ਇਸ ਕਰਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਬੇਨਵਾ ਫਕੀਰ ਮਹਾਰਾਜ ਰਹਿਓ ਸੰਗ ਅੱਲਾ ਹੀ ਅੱਲਾ। ਆਪ ਜੀ ਦੇ ਨਾਲ ਹੁਣ ਅੱਲਾ ਹੀ ਰਹਿ ਗਿਆ ਹੈ, ਕਿਉਂਕਿ ਡੱਲੇ ਨੇ ਤੁਹਾਡਾ ਤਾਓ ਨਹੀਂ ਚੱਲਿਆ। ਸੁਨ ਗੁਰ ਕਹਿਓ ਜਾਓ ਵੇ ਡੱਲਾ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿੰਦੇ ਜਾ ਵੇ ਡੱਲਿਆ। ਪਾਤਸ਼ਾਹ ਬੋਲੇ, ਕਹਿੰਦੇ ਜਾ ਵੇ ਡੱਲਿਆ ਜਾ। ਆਪੇ ਭਾਗਿਓ ਉਰ ਥਰ ਥੱਲਾ। ਆਪ ਹੀ ਭੱਜ ਗਿਆ, ਹਿਰਦਾ ਕੰਬ ਗਿਆ, ਤੇਰਾ ਆਗਿਆ ਵੀ ਨਹੀਂ ਲਈ ਸਾਡੇ ਕੋਲੋਂ ਜਾਣ ਲਈ। ਆਪ ਹੀ ਭੱਜ ਗਿਆ, ਹਿਰਦਾ ਤੇਰਾ ਕੰਬ ਗਿਆ। ਮੰਗਤ ਰਹਿਤ ਸਦਾ ਥਲ ਤੀਰ। ਮੰਗਦਾ ਰਹਿੰਦਾ ਸੀ ਗੁਰੂ ਜੀ ਮੈਨੂੰ ਆਪਣੇ ਚਰਨਾਂ 'ਚ ਪੀੜੀ ਜਿੰਨੀ ਥਾਂ ਦਿਓ, ਮੈਨੂੰ ਆਪਣੇ ਚਰਨਾਂ 'ਚ ਪੀੜੀ ਜਿੰਨੀ ਥਾਂ ਦੇ ਦਿਓ, ਇਹ ਮੰਗਦਾ ਰਹਿੰਦਾ ਸੀ। ਕਹਾਂ ਪਰੀ ਤੇਰੇ ਪਰ ਭੀਰ। ਚੱਲਿਆ ਕਿਹੜੀ ਭੀੜ ਪੈ ਗਈ ਤੇਰੇ ਤੇ ਕਿ ਤੂੰ ਬਿਨਾਂ ਮਿਲਿਆ ਹੀ ਨੱਠ ਗਿਆ, ਭੱਜ ਗਿਆ। ਸਾਡੇ ਚਰਨਾਂ 'ਚ ਪੀੜੀ ਜਿੰਨੀ ਥਾਂ ਮੰਗਦਾ, ਸਾਰੀ ਜਿਹੜੀ ਥਾਂ ਮਿਲੀ ਸੀ ਉਹ ਵੀ ਛੱਡ ਕੇ ਭੱਜ ਗਿਆ। ਕਿਹੜੀ ਭੀੜ ਪੈ ਗਈ ਸੀ ਡੱਲਿਆ ਤੇਰੇ ਤੇ ਕਿ ਰਾਤ ਦੇ ਹਨੇਰੇ ਵਿੱਚ ਚੋਰਾਂ ਵਾਂਗੂ ਬਾਹਰੋਂ ਹੀ ਪਰਕਰਮਾ ਕਰਕੇ ਨੱਠ ਗਿਆ, ਦੌੜ ਗਿਆ। ਇਹ ਬਚਨ ਮਹਾਰਾਜ ਗੁਰੂ ਕਲਗੀਧਰ ਜੀ ਨੇ ਕਹੇ। ਇੱਕ ਦਿਸ਼ ਦੇਖਤ ਪ੍ਰਭੂ ਉਚਾਰਾ। ਫਿਰ ਮਹਾਰਾਜ ਜੀ ਨੇ ਆਪਣੇ ਸੱਜੇ ਬੰਨੇ ਨਿਗਾਹ ਮਾਰ ਕੇ ਵੇਖਿਆ, ਸਵੇਰ ਦਾ ਅੰਮ੍ਰਿਤ ਵੇਲੇ ਦਾ ਹੀ ਸਮਾਂ। ਇਤੇ ਕੌਣ ਸੇ ਕੀ ਅਸਤਿਆਰਾ। ਕਿਉਂਕਿ ਰਾਤ ਦਾ ਸਮਾਂ ਸੀ ਨਾ, ਹਲੇ ਅੰਮ੍ਰਿਤ ਵੇਲਾ ਹਨੇਰਾ ਹੀ ਸੀ।
ਮਹਾਰਾਜ ਜੀ ਨੇ ਸੱਜੇ ਪਾਸੇ ਨਿਗਾਹ ਜੀ ਮਾਰੀ, ਹਨੇਰੇ ਵਿੱਚ ਕੋਈ ਖੜਾ ਸੀ। ਮਹਾਰਾਜ ਜੀ ਵੇਖ ਕੇ ਕਹਿੰਦੇ ਵੀ ਇੱਧਰ ਕੌਣ ਹੈ? ਕਹਿੰਦੇ ਤਿਆਰੀ ਕੀਤੀ ਹੋਈ ਹੈ। ਸਿੰਘ ਮਝੈਲ ਏਕ ਸੁਨ ਬੋਲਿਓ ਸੰਗ ਜਲਦ ਬਬੇਤ। ਉੱਥੇ ਇੱਕ ਮਝੈਲ ਸਿੰਘ ਮਾਝੇ ਦਾ ਖੜਾ ਸੀ, ਮਾੜੂ ਜਿਹਾ ਸੀ ਸਰੀਰ ਕਰਕੇ, ਕਮਜ਼ੋਰ ਜਿਹਾ, ਤੇ ਕਹਿੰਦੇ ਇੱਕ ਮਝੈਲ ਸਿੰਘ ਖੜਾ ਸੀ। ਉਹ ਜਦੋਂ ਮਹਾਰਾਜ ਜੀ ਨੇ ਪੁੱਛਿਆ ਨਾ ਵੀ ਕੌਣ ਆ ਇੱਧਰ ਖੜਾ, ਤਾਂ ਉਸ ਵੇਲੇ ਬੋਲਿਆ, ਇੱਕ ਕਹਿਣ ਲੱਗਾ, ਸਭ ਮਲਵਈ ਭਾਜ ਕਹਿ ਗਏ। ਕਹਿਣ ਲੱਗੇ ਮਹਾਰਾਜ ਮਲਵਈ ਭੱਜ ਗਏ ਨੇ ਸਾਰੇ ਡੱਲੇ ਦੇ ਨਾਲ। ਮਾਝੇ ਕੇ ਮਾੜੇ ਥਿਰ ਥਏ। ਮਹਾਰਾਜ ਜਿਹੜੇ ਮਾਝੇ ਦੇ ਮਾੜੇ ਨੇ ਉਹ ਰਹਿ ਗਏ ਨੇ ਇੱਥੇ ਖਲੋਤੇ, ਮਾਝੇ ਦੇ ਮਾੜੇ ਰਹਿ ਗਏ ਨੇ, ਤੇ ਮਲਵਈ ਜਿਹੜੇ ਸਨ ਉਹ ਨੱਠ ਗਏ ਨੇ। ਕਹਿਓ ਗੁਰੂ ਮਝੈਲ ਨੇ ਮਾੜੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਨਾ ਬਈ ਮਝੈਲ ਨਹੀਂ ਮਾੜੇ, ਦੇਸ਼ ਮਾਲਵੇ ਕੇ ਹੋਏ ਲਾੜੇ। ਨਾ ਬਈ ਮਾੜੇ ਨਹੀਂ, ਇਹ ਮਾਲਵੇ ਦੇ ਲਾੜੇ ਹੋਣਗੇ। ਕਿਉਂਕਿ ਆਮ ਕਰਕੇ ਮਾਲਵੇ ਮਾਝੇ ਨੂੰ ਦੁਆਬੇ ਨੂੰ ਤਿੰਨਾਂ ਹਿੱਸਿਆਂ ਚੋਂ ਵੰਡ ਕੇ ਨਾ ਸਿੱਖਾਂ ਵਿੱਚ ਵਿਤਕਰੇ ਪਾਏ ਜਾਂਦੇ ਨੇ। ਕਲਗੀਧਰ ਪਾਤਸ਼ਾਹ ਨੇ ਵਿਤਕਰੇ ਖਤਮ ਕਰਨੇ ਸਨ। ਮਾਝੇ ਨੂੰ, ਮਾਝੇ ਦੇ ਕਿਹਾ ਵੀ ਇਹ ਮਾਝੇ ਦੇ ਜਿਹੜੇ ਮਾੜੇ ਜਿਨ੍ਹਾਂ ਨੂੰ ਕਹਿੰਦੇ ਹੋ ਇਹ ਮਾਲਵੇ ਦੇ ਲਾੜੇ ਹੋਣਗੇ। ਇਹਦਾ ਮਤਲਬ ਸੀ ਸਾਂਝਾਂ ਪੈਣਗੀਆਂ। ਜਦੋਂ ਲੜਕੀਆਂ ਦਾ ਦੇਣ ਲੈਣ ਹੋਵੇਗਾ, ਵਿਆਹ ਸ਼ਾਦੀਆਂ ਹੋਣਗੀਆਂ, ਤਾਂ ਇਹਨਾਂ ਦੀ ਆਪਸੀ ਸਾਂਝ ਪਵੇਗੀ। ਗੁਰੂ ਸਾਹਿਬ ਦੇ ਬਚਨਾਂ ਕਰਕੇ ਬਹੁਤ ਸਾਰੇ ਮਾਝੇ ਦੇ ਜਿਹੜੇ ਸਿੰਘ ਸਨ ਉਹ ਮਾਲਵੇ ਦੇ ਇਲਾਕੇ 'ਚ ਵਿਆਹੇ ਗਏ, ਉਹਨਾਂ ਦੀਆਂ ਰਿਸ਼ਤੇਦਾਰੀਆਂ ਸਰਬੰਧ ਬਣੇ। ਇਹ ਪ੍ਰੇਮ ਪਾਣਾ ਸੀ ਸਤਿਗੁਰਾਂ ਨੇ। ਕਿਉਂਕਿ ਆਮ ਕਰਕੇ ਵਿਤਕਰੇ ਪਾ ਕੇ ਬਣਾ ਕੇ ਵੰਡੀਆਂ ਪਾਈਆਂ ਜਾਂਦੀਆਂ। ਮਾਲਵੇ ਵਾਲੇ ਮਾਝੇ ਵਾਲਿਆਂ ਨੂੰ ਕਹਿ ਦਿੰਦੇ ਹੋ ਤੁਸੀਂ ਵਧਾਵਾ ਦਿੱਤਾ ਗੁਰੂ ਜੀ ਨੂੰ, ਤੁਸੀਂ ਵਧਾਵੀਏ ਹੋ, ਤੇ ਮਾਝੇ ਵਾਲੇ ਕਹਿ ਦਿੰਦੇ ਮਾਲਵੇ ਵਾਲਿਆਂ ਨੂੰ ਤੁਸੀਂ ਤਨਖਾਹਾਂ ਮੰਗੀਆਂ ਕਲਗੀਧਰ ਕੋਲੋਂ, ਰਾਹ ਰੋਕਿਆ ਸੀ ਤੁਸੀਂ ਸਤਿਗੁਰਾਂ ਦਾ। ਏਦਾਂ ਆਪਸੀ ਤਕਰਾਰਬਾਜ਼ੀਆਂ ਕਰਦੇ ਸਨ। ਮਹਾਰਾਜ ਜੀ ਨੇ ਸਾਰੀਆਂ ਤਕਰਾਰਬਾਜ਼ੀਆਂ ਖਤਮ ਕੀਤੀਆਂ। ਉਦਾਂ ਭਾਵੇਂ ਹਾਸ ਰਸ ਦੇ ਵਿੱਚ ਜਿਵੇਂ ਮਰਜ਼ੀ ਬਚਨ ਵਿਲਾਸ ਕਰ ਲੈਣ, ਪਰ ਮਨ ਵਿੱਚ ਸਿੰਘ ਪ੍ਰਤੀ ਵੈਰ ਨਹੀਂ ਰੱਖਦੇ। ਖਾਲਸਾ ਜੀ, ਸਿੰਘ ਦਾ ਸਿੰਘ ਨਾਲ ਵੈਰ ਨਹੀਂ ਹੋਣਾ ਚਾਹੀਦਾ। ਜੇ ਵੈਰ ਹੋਵੇ ਤੇ ਕਿੰਨਾ ਕੁ ਹੋਣਾ ਚਾਹੀਦਾ ਪੁੱਛਿਆ? ਜੇ ਸਿੰਘ ਦਾ ਸਿੰਘ ਨਾਲ ਵੈਰ ਹੋਵੇ ਤੇ ਕਿੰਨਾ ਕੁ ਹੋਣਾ ਚਾਹੀਦਾ? ਕੋਈ ਪੈਮਾਨਾ ਹੋਵੇ ਤਾਂ ਕਹਿੰਦੇ ਜਿੰਨੀ ਕੁ ਪਾਣੀ ਵਿੱਚ ਲਕੀਰ ਹੁੰਦੀ ਖਿੱਚੀ ਹੋਈ, ਕਿੰਨਾ ਕੁ ਚਿਰ ਰਹਿੰਦੀ ਹੈ? ਇੰਨਾ ਕੁ ਚਿਰ ਵੈਰ ਰਹਿਣਾ ਚਾਹੀਦਾ ਸਿੰਘ ਦਾ ਸਿੰਘ ਨਾਲ। ਜਿੰਨਾ ਚਿਰ ਜਿਵੇਂ ਪਾਣੀ 'ਚ ਲਕੀਰ ਖਿੱਚੀ, ਕਿੰਨਾ ਕੁ ਚਿਰ ਰਹਿੰਦੀ ਆ ਭਲਾ? ਅਸੀਂ ਤਾਂ ਪੱਥਰ ਤੇ ਲਕੀਰਾਂ ਪਾ ਦਿੰਨੇ ਆ। ਸਿੱਖ ਦੀ ਸਿੱਖ ਨਾਲ ਦੁਸ਼ਮਣੀ ਨਹੀਂ ਹੋਣੀ ਚਾਹੀਦੀ, ਸਿੰਘ ਦਾ ਸਿੰਘ ਨਾਲ ਵੈਰ ਨਹੀਂ ਹੋਣਾ ਚਾਹੀਦਾ। ਸਿੰਘਾਂ ਦੇ ਬੋਲ ਬਲਈਏ ਵੀ ਹੋ ਜਾਂਦੇ ਆਪਸ ਵਿੱਚ, ਤੇ ਜਿਹੜੇ ਉਹ ਬੋਲ ਬਲਈਏ ਲੋਕਾਂ ਦੇ ਭਾਣੇ ਲੜ ਪਏ ਨੇ। ਲੋਕ ਕਹਿੰਦੇ ਆ ਵੇਖੋ ਸਿੰਘ ਲੜੀ ਜਾਂਦੇ ਆਪਸ ਵਿੱਚ, ਤੇ ਖਾਲਸੇ ਦੇ ਬੋਲੇ ਚੋਂ ਕਹਿੰਦੇ ਨਹੀਂ ਬਈ ਇਹ ਲੜਾਈ ਨਹੀਂ, ਸਿੰਘਾਂ ਦਾ ਦਾਤਣ ਕੁਰਲਾ ਹੈ। ਖਾਲਸੇ ਦੇ ਬੋਲੇ ਦੇ ਵਿੱਚ ਜੇ ਮਾੜਾ ਮੋਟਾ ਬੋਲ ਬਲਈਆ ਹੋ ਜੇ ਨਾ ਆਪਸ ਵਿੱਚ, ਤਾਂ ਉਹ ਇਹ ਨਹੀਂ ਕਹਿੰਦੇ ਸਾਡੀ ਲੜਾਈ ਹੋ ਗਈ ਹੈ, ਨਾ ਬਈ ਇਹ ਸਾਡਾ ਦਾਤਣ ਕੁਰਲਾ, ਜਾਂ ਕਹਿ ਦਿੰਦੇ ਮਰੋੜ ਚੂੜਾ ਹੋ ਗਿਆ। ਲੜਾਈ ਨਹੀਂ ਕਹਿੰਦੇ ਵੀ ਸਾਡੀ ਲੜਾਈ ਹੋ ਗਈ, ਕਹਿੰਦੇ ਮਰੋੜ ਚੂੜਾ ਹੋ ਗਿਆ, ਜਾਂ ਕਹਿੰਦੇ ਦਾਤਣ ਕੁਰਲਾ ਹੋ ਗਿਆ। ਏਦਾਂ ਸਿੰਘ ਆਪੋ ਵਿੱਚ ਵੈਰ ਨਹੀਂ ਰੱਖਦੇ। ਕਲਗੀਧਰ ਪਾਤਸ਼ਾਹ ਨੇ ਆਪਸੀ ਸਾਂਝਾਂ ਬਣਾਈਆਂ ਖਾਲਸੇ ਦੀਆਂ। ਆਖਿਆ ਮਾਝੇ ਦੇ ਜਿਹੜੇ ਮਾੜੇ ਕਹਿੰਦੇ ਹੋਏ ਮਾਲਵੇ ਦੇ ਲਾੜੇ ਨੇ, ਯਾਨੀ ਕਿ ਇਹਨਾਂ ਦੀਆਂ ਰਿਸ਼ਤੇਦਾਰੀਆਂ ਸੰਬੰਧ ਹੋਣਗੇ ਆਪਸ ਵਿੱਚ, ਇਹਨਾਂ ਦੀਆਂ ਰਿਸ਼ਤੇਦਾਰੀਆਂ ਆਪਸ ਵਿੱਚ ਹੋਣਗੀਆਂ, ਸਾਂਝਾਂ ਹੋਣਗੀਆਂ। ਬੌਰ ਚੜਨ ਤਿਆਰੀ ਕਰਵਾਈ। ਦੇਖੋ ਇੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਤਮਿਕ ਅਡੋਲਤਾ ਕਿਤਨੀ ਉੱਚੀ ਹੈ। ਹਾਲਾਂਕਿ ਡੱਲੇ ਹੋਣੀ ਜਾਂ ਫਿਰ ਰਾਮ ਸਿੰਘ ਹੋਣਾ ਨੇ ਜਿਵੇਂ ਸਤਿਗੁਰਾਂ ਦੇ ਕੋਲੋਂ ਜਾਣਾ ਹੈ, ਇੱਕ ਪ੍ਰਕਾਰ ਨਾਲ ਗੁਰੂ ਸਾਹਿਬ ਦੀ ਬੇਕਦਰੀ ਕੀਤੀ ਨਾ, ਇਹ ਨਰਾਦਰ ਹੀ ਸੀ ਨਾ। ਪਰ ਮੇਰੇ ਸਾਹਿਬ ਨੇ ਉਹਨਾਂ ਪ੍ਰਤੀ ਆਪਣਾ ਰੰਜ ਪ੍ਰਗਟ ਨਹੀਂ ਕੀਤਾ। ਸਾਡਾ ਕਿਤੇ ਨਰਾਦਰ ਹੋ ਜਾਏ, ਅਪਮਾਨ ਹੋ ਜਾਏ, ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਪਰ ਧੰਨ ਸਤਿਗੁਰੂ ਗੁਰੂ ਬਾਜਾਂ ਵਾਲੇ ਕਲਗੀਧਰ ਜੀ
ਜਿਹੜੇ ਮਾਨ ਤੇ ਅਪਮਾਨ ਦੋਨਾਂ ਅਵਸਥਾਵਾਂ ਤੋਂ ਉੱਪਰ ਰਹਿੰਦੇ ਹਨ। ਨਾਹੇ ਮਾਨ ਅਪਮਾਨਾ, ਨਾ ਮਾਣ ਦੀ ਬਿਰਤੀ ਆ ਨਾ ਅਪਮਾਨ ਦੀ ਬਿਰਤੀ ਹੈ, ਇੱਕ ਸਮਾਨ ਬਿਰਤੀ ਰੱਖੇ। ਗੁਰੂ ਸਾਹਿਬ ਦੀ ਮਹਿਮਾ ਤੋਂ ਭਾਵੇਂ ਅਣਜਾਣ ਸਨ, ਉਹਨਾਂ ਪ੍ਰਤੀ ਗੁੱਸਾ ਨਹੀਂ ਪ੍ਰਗਟ ਕੀਤਾ ਵੀ ਇਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਸਾਡਾ ਕਹਿਣਾ ਨਹੀਂ ਮੰਨਿਆ। ਮਹਾਰਾਜ ਜੀ ਜਾਣਦੇ ਸਨ ਜਿਹੜੀ ਖੇਡ 'ਚ ਅਸੀਂ ਵਿਚਰਦੇ ਹਾਂ ਉਹ ਇਹਨਾਂ ਦੀ ਸਮਝ ਵਿੱਚ ਨਹੀਂ ਆ ਰਹੀ। ਹਾਂਜੀ, ਬੌਰ ਚੜਨ ਤਿਆਰੀ ਕਰਵਾਈ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੋਂ ਚੜਨ ਦੀ ਤਿਆਰੀ ਕਰਵਾਈ, ਅੱਗੇ ਵਧੇ। ਜ਼ੀਨ ਪਾਏ ਹਾਲੀ ਨਿਆਨਾਈ। ਘੋੜੇ ਤੇ ਕਾਠੀ ਪਵਾ ਕੇ ਸਤਿਗੁਰਾਂ ਨੇ ਆਪਣਾ ਸੁੰਦਰ ਘੋੜਾ ਮੰਗਵਾਇਆ। ਗਏ ਕੋਸ ਦਵਾਦਿਸ਼ ਕੀਏ ਡੇਰਾ। ਸਰਸੇ ਤੋਂ ਮਹਾਰਾਜ ਜੀ ਅੱਗੇ ਵਧੇ, ਸਰਸੇ ਪੜਾਅ ਕੀਤਾ ਸੀ ਸਤਿਗੁਰਾਂ ਨੇ। ਇੱਥੋਂ ਜਦੋਂ ਅੱਗੇ ਵਧੇ ਤਕਰੀਬਨ 12 ਕੋਹ ਦਾ ਪੈਂਡਾ ਸਤਿਗੁਰੂ ਜੀ ਨੇ ਤੈਅ ਕੀਤਾ। ਨੋਹਰ ਨਗਰ ਬਸੇ ਬਹੁ ਤੇਰਾ। ਅੱਗੇ ਇੱਕ ਨੌਰ ਪਿੰਡ ਆਉਂਦਾ, ਨੌਹਰ। ਅੱਗੇ ਬਚਨ ਆਉਣੇ ਨੇ, ਨੌਹਰ ਗੁਰੂ ਕੀ ਮੋਹਰ ਸਿੰਘ ਆਵਾਂਗੇ ਤਬ ਲੁੱਟਾਂਗੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੌਹਰ ਪਿੰਡ ਗਏ। ਪਿਛਲੇ ਸਾਲ ਇਹਨਾਂ ਦਿਨਾਂ 'ਚ ਅਸੀਂ ਦਰਸ਼ਨ ਕਰਕੇ ਆਏ ਸੀ। ਨੌਹਰ ਪਿੰਡ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦੋ ਇਤਿਹਾਸਕ ਸਥਾਨ ਹਨ। ਇੱਕ ਛੀਨ ਤਲਾਈ ਦੇ ਕਿਨਾਰੇ ਹੈ, ਇੱਕ ਸ਼ਹਿਰ ਦੇ ਅੰਦਰ ਕਰਕੇ ਜਾ ਕੇ ਹੈ। ਤੋ ਗਰੀਬ ਨਵਾਜ ਜੀ ਦੇ ਬੜੇ ਸੋਹਣੇ ਦਰਬਾਰ ਬਣੇ ਹੋਏ ਨੇ, ਸੰਗਤਾਂ ਉੱਥੇ ਵੀ ਜਾਇਆ ਕਰਨ ਜਦੋਂ ਕਿਤੇ ਸਬੱਬ ਬਣੇ। ਇਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਰਾਜਸਥਾਨ ਦੇ ਇਲਾਕੇ ਵਿੱਚ ਦੱਖਣ ਨੂੰ ਜਾਂਦਿਆਂ ਗਰੀਬ ਨਵਾਜ ਜੀ ਦੇ ਇਤਿਹਾਸਕ ਸਥਾਨ ਬਹੁਤ ਹਨ। ਤੋ ਨੌਹਰ ਪਿੰਡ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਗਏ। ਸੈਨਾ ਸਹਿਤ ਵਹੀਰ ਬਿਸਾਲਾ। ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦੀ ਸੈਨਾ ਵੀ ਹੈ, ਪਾਤਸ਼ਾਹ ਜੀ ਦਾ ਵਹੀਰ ਵੀ ਹੈ। ਆਨ ਸਿਵਰ ਸਭੋਂ ਤੈ ਕਾਲਾ। ਆਣ ਕੇ ਨੌਹਰ ਪਿੰਡ ਦੇ ਵਿੱਚ ਸਤਿਗੁਰੂ ਜੀ ਨੇ ਡੇਰਾ ਕੀਤਾ, ਨਗਰ ਦੇ ਬਾਰ-ਬਾਰ ਉਤਾਰਾ ਕੀਤਾ। ਸਤਿਗੁਰ ਬੈਠੇ ਸਹਿਜ ਸੁਭਾਏ। ਸਹਿਜ ਸੁਭਾਏ ਸੁਤੇ ਸਿੱਧ ਸਤਿਗੁਰੂ ਜੀ ਜਾ ਕੇ ਆਪਣੇ ਆਸਣ ਤੇ ਬੈਠ ਗਏ, ਸਜ ਗਏ। ਏਕ ਸਿੰਘਪੁਰ ਵਿੱਚ ਪਠਾਏ। ਮਹਾਰਾਜ ਜੀ ਨੇ ਇੱਕ ਸਿੰਘ ਨੂੰ ਨਗਰ ਦੇ ਵਿੱਚ ਭੇਜਿਆ। ਨੌਹਰ ਪਿੰਡ ਵਿੱਚ ਇੱਕ ਗੁਰੂ ਘਰ ਦਾ ਸੇਵਕ ਰਹਿੰਦਾ ਹੈ। ਕਿਸ਼ਨ ਲਾਲ ਦਿਜ ਤੈ ਥਲ ਤਾਮੋ। ਇਹ ਪੰਡਤ ਸੀ ਔਰ ਇਹਦਾ ਨਾਂ ਕਿਸ਼ਨ ਲਾਲ ਹੈ। ਲਿਆਏ ਬੁਲਾਏ ਬੂਝ ਬੇਕਾਮੋ। ਇਹ ਕਿਸ਼ਨ ਲਾਲ ਪੰਡਤ ਹੈ ਤੇ ਜੋਤਿਸ਼ ਵਿਦਿਆ ਵੀ ਜਾਣਦਾ ਤੇ ਸਾਧਕ ਵੀ ਹੈ। ਗਰੀਬ ਨਵਾਜ ਜੀ ਦੇ ਦਰ ਘਰ ਦਾ ਸੇਵਾਦਾਰ ਹੈ, ਮਹਾਰਾਜ ਜੀ ਦਾ ਪ੍ਰੇਮੀ ਹੈ। ਸਤਿਗੁਰੂ ਜੀ ਨੇ ਸਿੰਘ ਨੂੰ ਹੁਕਮ ਕੀਤਾ ਕਿ ਕਿਸ਼ਨ ਲਾਲ ਨੂੰ ਸੱਦ ਕੇ ਲਿਆਓ। ਤੋ ਕਿਸ਼ਨ ਲਾਲ ਜੀ ਚੱਲ ਕੇ ਸਤਿਗੁਰਾਂ ਦੇ ਕੋਲ ਆਏ। ਜੋਤਿਸ਼ ਵਿਦਿਆ ਵਿਖੇ ਪ੍ਰਬੀਨ। ਇਹ ਵਿਦਿਆ ਹੈ ਖਾਲਸਾ ਜੀ, ਇਹਨੂੰ ਗਣਕ ਵਿਦਿਆ ਕਹਿੰਦੇ ਨੇ। ਆਮ ਕਰਕੇ ਵਿਦਿਆ ਨੂੰ ਲੋਕਾਂ ਨੇ ਵਪਾਰ ਬਣਾ ਲਿਆ, ਪਖੰਡ ਦਾ ਸਾਧਨ ਬਣਾ ਲਿਆ। ਵੈਸੇ ਜਿੰਨੇ ਗ੍ਰਹਿਾਂ ਦੀ ਵਿਦਿਆ ਹੈ ਜਾਂ ਜਿਹੜੇ ਆ ਕੈਲੰਡਰ ਬਣਦੇ ਆ ਵਧੀਆਂ ਸੁਧੀਆਂ ਆਦਿਕ ਪ੍ਰਕਾਰ ਦੇ ਨਾਲ ਨਛੱਤਰਾਂ ਦੀ ਗਿਣਤੀ ਮਿਣਤੀ ਵੇਖੀ ਜਾਂਦੀ ਹੈ, ਵੰਡੀਆਂ ਹੁੰਦੀਆਂ, ਇਹ ਵੀ ਇੱਕ ਪ੍ਰਕਾਰ ਦੀ ਗਣਕ ਵਿਦਿਆ ਹੈ। ਇਹਨੂੰ ਜੋਤਿਸ਼ ਵਿਦਿਆ ਦੇ ਵਿੱਚ ਹੀ ਉਹਦਾ ਹੀ ਇੱਕ ਹਿੱਸਾ, ਇੱਕ ਪ੍ਰਕਾਰ ਹੈ। ਇਹ ਕਿਸ਼ਨ ਲਾਲ ਜਿਹੜਾ ਪੰਡਤ ਸੀ ਜੋਤਿਸ਼ ਵਿਦਿਆ ਦੇ ਵਿੱਚ ਵੀ ਨਿਪੁੰਨ ਸੀ। ਪੂਰਬ ਦਿਸ਼ਪੁਰ ਮੈਂ ਕਰ ਚੀਨ। ਮਹਾਰਾਜ ਜੀ ਨੇ ਬਚਨ ਕੀਤਾ ਕਿ ਨੌਹਰ ਪਿੰਡ ਦੀ ਪੂਰਬਲੀ ਬਾਹੀ ਵਾਲੇ ਪਾਸੇ, ਚੜ੍ਹਦੇ ਵਾਲੇ ਪਾਸੇ ਕਿਸ਼ਨ ਲਾਲ ਦਾ ਘਰ ਹੈ। ਸੁਨ ਗੁਰ ਤੇ ਤਤ ਛਿਨ ਸਿੱਖ ਗਇਓ। ਸਤਿਗੁਰੂ ਜੀ ਦਾ ਹੁਕਮ ਸੁਣ ਕੇ ਉਹਦੇ ਘਰ ਦਾ ਪਤਾ ਲੈ ਕੇ ਸਿੱਖ ਕਿਸ਼ਨ ਲਾਲ ਦੇ ਘਰ ਗਿਆ। ਜਾਏ ਜੋਤਸ਼ੀ ਲਿਆਵਤ ਭਇਓ। ਔਰ ਜਾ ਕੇ ਪੰਡਤ ਕਿਸ਼ਨ ਲਾਲ ਜੀ ਨੂੰ ਆਪਣੇ ਨਾਲ ਲੈ ਕੇ ਸਤਿਗੁਰਾਂ ਕੋਲ ਆਇਆ। ਆਸ਼ਿਕ ਬਾਦ ਦੀਨ ਟਿਗ ਬੈਸਾ। ਕਿਸ਼ਨ ਲਾਲ ਨੇ ਆ ਕੇ ਨਮਸਕਾਰ ਕੀਤੀ, ਗੁਰਦੇਵ ਨੂੰ ਨਾਲੇ ਨਮਸਕਾਰ ਕੀਤੀ, ਨਾਲੇ ਉਹਨੇ ਆਪਣੇ ਵੱਲੋਂ ਆਸ਼ੀਰਵਾਦ ਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਤੋਂ ਵੱਡਿਆਂ ਹੋ ਕੇ ਆਸ਼ੀਰਵਾਦ ਦਿੱਤੀ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਮਹਾਰਾਜ ਜੀ ਆਪ ਜੀ ਦਾ ਨਾਮ ਬੁਲੰਦ ਹੋਵੇ, ਇਹ ਆਸ਼ੀਰਵਾਦ ਤਾਂ ਨਹੀਂ। ਏਦਾਂ ਕਹਿ ਸਕਦੇ ਆ ਵੀ ਗੁਰਦੇਵ ਜੀ ਆਪ ਜੀ ਦੀ ਲੰਮੀ ਉਮਰ ਹੋਵੇ, ਇਹ ਆਸ਼ੀਰਵਾਦ ਵੀ ਹੋ ਗਈ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵੱਡੇ ਹੋ ਕੇ ਇਹ ਆਸ਼ੀਰਵਾਦ ਦੇ ਰਹੇ ਹਾਂ।
ਤੋ ਕਿਸ਼ਨ ਲਾਲ ਨੇ ਆ ਕੇ ਨਾਲੇ ਨਮਸਕਾਰ ਕੀਤੀ, ਨਾਲੇ ਆਖਿਆ ਮਹਾਰਾਜ ਲੰਮੀਆਂ ਉਮਰਾਂ ਵਾਲੇ ਹੋਵੋ, ਤੁਹਾਡਾ ਨਾਮ ਪੂਰੇ ਸੰਸਾਰ ਦੇ ਵਿੱਚ ਉਜਾਗਰ ਹੋਵੇ, ਪ੍ਰਗਟ ਹੋਵੇ। ਏਵ ਮਿਲਿਓ ਪੂਰਬ ਮਿਲ ਜੈਸਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਮਿਲਿਆ, ਕਹਿੰਦੇ ਮਾਨੋ ਜਿਵੇਂ ਪਹਿਲਾਂ ਵੀ ਮਿਲਿਆ ਹੋਇਆ ਹੈ। ਅੱਜ ਪਹਿਲੀ ਵਾਰੀ ਮਿਲਿਆ ਸਤਿਗੁਰਾਂ ਨੂੰ, ਹੈ ਤਾਂ ਗੁਰੂ ਘਰ ਦਾ ਸੇਵਕ ਸੀ, ਵੱਡਿਆਂ ਸਤਿਗੁਰਾਂ ਦੇ ਵੇਲੇ ਦਾ, ਪਰ ਗੁਰੂ ਸਾਹਿਬ ਕਲਗੀਧਰ ਨੂੰ ਪਹਿਲੀ ਵਾਰ ਮਿਲਿਆ, ਪਰ ਏਦਾਂ ਮਿਲਿਆ ਜਿਵੇਂ ਪਹਿਲਾਂ ਵੀ ਮਿਲਿਆ ਹੋਵੇ, ਪਹਿਲਾਂ ਵੀ ਦਰਸ਼ਨ ਹੋਏ ਹੋਣ। ਸਤਿਗੁਰ ਭਾਖਿਓ ਪ੍ਰਸ਼ਨ ਪਛਾਨੋ। ਬਚਨ ਬਿਲਾਸ ਹੋਏ। ਮਹਾਰਾਜ ਜੀ ਕਹਿੰਦੇ ਕਿਸ਼ਨ ਲਾਲ ਜੀ ਪਛਾਣੋ ਅਸੀਂ ਕੀ ਸਵਾਲ ਕਰਨਾ ਤੁਹਾਨੂੰ ਭਲਾ। ਮਹਾਰਾਜ ਜੀ ਕਹਿੰਦੇ ਪ੍ਰਸ਼ਨ ਪਛਾਣੋ ਸਾਡਾ ਵੀ, ਅਸੀਂ ਕੀ ਸਵਾਲ ਪੁੱਛਣਾ ਤੁਹਾਨੂੰ। ਕਿਮਹੋਂ ਬੁਲਾਇਓ ਜਾਨ ਬਖਾਨੋ। ਕਿਵੇਂ ਬੁਲਾਇਆ ਅਸੀਂ ਤੁਹਾਨੂੰ, ਦੱਸੋ ਜਾਣ ਕੇ ਵਿਖਿਆਨ ਕਰੋ। ਸੁਨ ਪ੍ਰਭ ਤੇ ਦਿਜ ਲਗਨ ਵਿਚਾਰਾ। ਇਹ ਪੰਡਤ ਜੀ ਸਾਧਕ ਸਨ, ਗੁਰੂ ਸਾਹਿਬ ਦੀ ਰਮਜ ਨੂੰ ਥੋੜਾ ਥੋੜਾ ਬੁੱਝਦੇ ਨੇ, ਜਾਣਦੇ ਨੇ, ਤੇ ਵਿਚਾਰ ਕਰਨ ਲੱਗੇ। ਗ੍ਰਹਿ ਨਿਬਲ ਅਬਲ ਕੋ ਨਿਰਤਾਰਾ। ਜਿਹੜੀ ਵਿਦਿਆ ਸੀ ਇਹਨਾਂ ਦੇ ਅੰਦਰ, ਉਸ ਵਿਦਿਆ ਨੂੰ ਘੋਖਣ ਲੱਗੇ, ਵਿਚਾਰਨ ਲੱਗੇ ਕਿਸ਼ਨ ਲਾਲ ਜੀ। ਮੂਕ ਪ੍ਰਸ਼ਨ ਕੋ ਭਲੇ ਪਛਾਨਾ। ਜਿਹੜਾ ਸਵਾਲ ਸਤਿਗੁਰਾਂ ਨੇ ਪੁੱਛਿਆ ਨਹੀਂ, ਪੁੱਛ ਕੇ ਵੀ ਨਹੀਂ ਪੁੱਛਿਆ, ਪੁੱਛਣਾ ਚਾਹੁੰਦੇ, ਪਰ ਮਹਾਰਾਜ ਜੀ ਕਹਿੰਦੇ ਆਪੇ ਦੱਸੋ ਪੰਡਤ ਜੀ ਕੀ ਪੁੱਛਣਾ ਸੀ ਤੁਹਾਨੂੰ। ਸਵਾਲ ਵੀ ਸੀ ਪਰ ਸਵਾਲ ਪੁੱਛਿਆ ਵੀ ਨਹੀਂ ਸੀ। ਉਨ ਸਤਿਗੁਰ ਕੇ ਸੰਗ ਬਖਾਨਾ। ਪੰਡਤ ਕਿਸ਼ਨ ਲਾਲ ਜੀ ਨੇ ਸਾਰੀ ਗੱਲ ਬੁੱਝ ਲਈ ਤੇ ਬੁੱਝ ਕੇ ਜਾਣ ਕੇ ਦੱਸਣ ਲੱਗੇ। ਰਾਵਰ ਕੇਰ ਮਨੋਰਥ ਜੋ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ, ਪਰ ਜੇ ਮੇਰੇ ਕੋਲੋਂ ਕਹਾਣਾ, ਮੇਰੇ ਕੋਲੋਂ ਪੁੱਛਣਾ ਹੈ, ਹਾਂਜੀ ਮਿਲ ਬੇਹਿਤ ਤੁਰ ਕੇਸ਼ਵਰ ਸੋ। ਮਹਾਰਾਜ ਜੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਔਰੰਗਜ਼ੇਬ ਬਾਦਸ਼ਾਹ ਨਾਲ ਸਾਡੀ ਮਿਲਣੀ ਹੋਵੇਗੀ ਕਿ ਨਹੀਂ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾ ਪਏ, ਹੱਸ ਪਏ, ਕਹਿੰਦੇ ਹਾਂ ਕਿਸ਼ਨ ਲਾਲ ਜੀ ਇਹੀ ਪੁੱਛਨੇ। ਸਤਿਗੁਰਾਂ ਨੇ ਆਖਿਆ ਦੱਸੋ ਕਿਸ਼ਨ ਲਾਲ ਜੀ ਕੀ ਪੁੱਛਣਾ ਚਾਹੁੰਦੇ ਆ ਅਸੀਂ ਤੁਹਾਡੇ ਤੋਂ। ਇਹ ਹੁਣ ਸਾਧਕ ਸੀ, ਵਿਦਿਆ ਸੀ ਅੰਦਰ ਇਹਦੇ, ਬ੍ਰਹਮ ਵਿਦਿਆ ਸੀ। ਕਹਿਣ ਲੱਗਾ ਮਹਾਰਾਜ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਤੁਸੀਂ ਔਰੰਗਜ਼ੇਬ ਬਾਦਸ਼ਾਹ ਨੂੰ ਮਿਲੋਗੇ ਕਿ ਨਹੀਂ ਮਿਲੋਗੇ। ਉਨ ਗੁਰ ਕਹਿਓ ਤਾਏ ਸਨ ਮੇਲਾ। ਮਹਾਰਾਜ ਜੀ ਕਹਿੰਦੇ ਦੱਸੋ ਫਿਰ ਪੰਡਤ ਜੀ ਹੋਏਗਾ ਮੇਲ ਸਾਡਾ ਉਹਦੇ ਨਾਲ, ਕਿ ਅਸੀਂ ਔਰੰਗੇ ਨੂੰ ਮਿਲਾਂਗੇ ਕਿ ਨਹੀਂ। ਹੋਏ ਕਿ ਨਹੀਂ ਬਤਾਓ ਸੁਹੇਲਾ। ਹੋਵੇਗਾ ਮੇਲ ਕਿ ਨਹੀਂ ਹੋਵੇਗਾ। ਸੁਨ ਦਿਜਨੇ ਕਰ ਗਣਤ ਵਿਚਾਰਾ। ਕਿ ਅੱਗੋਂ ਫਿਰ ਪੰਡਤ ਬੋਲਿਆ। ਗ੍ਰਹਿ ਅਰ ਲਗਨ ਸਕਲ ਨਿਰਤਾਰਾ। ਇਹਨੇ ਵਿਚਾਰ ਕੀਤੀ, ਸਾਰੀ ਗੱਲ ਨਿਰਧਾਰਤ ਕੀਤੀ। ਸ੍ਰੀ ਗੁਰ ਤੁਮਰੋ ਮੇਲ ਨ ਬਨੇ। ਮਹਾਰਾਜ ਜੀ ਜੋ ਮੈਨੂੰ ਪਤਾ ਲੱਗਦਾ, ਜਿਵੇਂ ਮੈਂ ਜਾਣਦਾ, ਮੈਨੂੰ ਜਾਪਦਾ ਵੀ ਤੁਹਾਡਾ ਮੇਲ ਨਹੀਂ ਹੋਣਾ ਔਰੰਗੇ ਨਾਲ, ਔਰੰਗੇ ਨਾਲ ਤੁਹਾਡਾ ਮੇਲ ਨਹੀਂ ਹੋਣਾ। ਇਗ ਨ ਪਹੁੰਚੋ ਤੈ ਮ੍ਰਿਤਿਉ ਹਨੈ। ਮਹਾਰਾਜ ਜੀ ਤੁਸੀਂ ਉਹਦੇ ਨੇੜੇ ਨਹੀਂ ਪਹੁੰਚਣਾ, ਤੁਸੀਂ ਹਾਲੇ ਰਸਤੇ 'ਚ ਹੀ ਹੋਣਾ, ਤੇ ਉਧਰ ਔਰੰਗੇ ਦਾ ਇੰਤਕਾਲ ਹੋ ਜਾਣਾ, ਉਹਨੇ ਦੁਨੀਆ ਤੋਂ ਅਲਵਿਦਾ ਕਹਿ ਕੇ ਚਲੇ ਜਾਣਾ, ਉਹਨੇ ਮਰ ਜਾਣਾ, ਉਹਦੇ ਦਿਨ ਥੋੜੇ ਰਹਿ ਗਏ ਨੇ। ਕਿਉਂਕਿ ਪਾਤਸ਼ਾਹ ਤੁਸੀਂ ਵੀ ਜ਼ਫਰਨਾਮਾ ਭੇਜ ਦਿੱਤਾ, ਉਹਨੂੰ ਪੜ੍ਹਦਿਆਂ ਸਾਰ ਉਹਦੀ ਮੌਤ ਆ ਜਾਣੀ ਹੈ। ਹਾਂਜੀ ਤਿਸ ਕੋ ਪੁੱਤਰ ਹੋਏ ਬੌਦੀਨ। ਪਰ ਹਾਂ ਉਹਦਾ ਜਿਹੜਾ ਪੁੱਤਰ ਹੈ ਬਹਾਦਰ ਸ਼ਾਹ, ਉਹ ਦੀਨ ਹੋ ਕੇ ਤੁਹਾਡੀ ਸ਼ਰਨ ਆਵੇਗਾ, ਉਹ ਦੀਨ ਹੋ ਕੇ ਤੁਹਾਡੀ ਸ਼ਰਨ ਵਿੱਚ ਪਵੇਗਾ। ਮਿਲੇ ਆਪ ਕੋ ਮੈਂ ਮਨ ਚੀਨ। ਉਹ ਤੁਹਾਨੂੰ ਆ ਕੇ ਮਿਲੇਗਾ, ਇਹ ਮੈਨੂੰ ਏਦਾਂ ਪਤਾ ਲੱਗਦਾ। ਸੁਨ ਸਤਿਗੁਰ ਦਿਜ ਕੇ ਬਚ ਸਾਚੇ। ਸਤਿਗੁਰੂ ਜੀ ਨੇ ਆਖਿਆ ਹਾਂ ਪੰਡਤ ਕਿਸ਼ਨ ਲਾਲ ਜੀ ਗੱਲ ਤੁਸੀਂ ਬਿਲਕੁਲ ਪਤੇ ਦੀ ਕਹੀ ਹੈ। ਅਸੀਂ ਵੇਖਣਾ ਚਾਹੁੰਦੇ ਸੀ ਵੀ ਤੁਹਾਡੇ ਕੋਲੇ ਖੇਡ ਹੈ। ਗਰੀਬ ਨਵਾਜ ਜੀ ਕਹਿੰਦੇ ਹੋਣਾ ਤਾਂ ਇਦਾਂ ਹੀ ਹੈ। ਇਹ ਨਹੀਂ ਸੀ ਵੀ ਜੋਤਸ਼ੀ ਨੂੰ ਸੱਦ ਕੇ ਉਹਨੂੰ ਪੁੱਛਦੇ ਆ ਵੀ ਜੋਤਸ਼ੀ ਜੀ ਤੁਸੀਂ ਵੇਖੋ ਵਿਚਾਰ ਕਰੋ। ਮਹਾਰਾਜ ਜੀ ਉਹਦੀ ਵਿਦਿਆ ਵੀ ਪਰਖ ਰਹੇ ਨੇ ਤੇ ਜਾਣੀ ਜਾਣ ਆਪ ਜਾਣਦੇ ਨੇ ਸਾਰੀ ਖੇਡ। ਪਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਲੀਲਾ ਕਰਦੇ ਹੁੰਦੇ, ਲੀਲਾ ਕਰਦੇ ਕਿਸ਼ਨ ਲਾਲ ਦਾ ਉਧਾਰ ਕਰਨਾ ਸੀ, ਇਹਨੂੰ ਕਿਰਤਾਰਥ ਕਰਨਾ ਸੀ, ਤਦੇ ਸਤਿਗੁਰੂ ਜੀ ਨੇ ਖੇਡ ਵਰਤਾਈ। ਮਹਾਰਾਜ ਜੀ ਕਹਿੰਦੇ ਪੰਡਤ ਜੀ
ਬਿਲਕੁਲ ਸਹੀ ਕਿਹਾ। ਭਏ ਪ੍ਰਸੰਨ ਕਿਰਪਾ ਰਸ ਰਾਚੇ। ਮਹਾਰਾਜ ਜੀ ਪ੍ਰਸੰਨ ਹੋਏ ਪੰਡਤ ਕਿਸ਼ਨ ਲਾਲ ਤੇ, ਇਹਦੇ ਉੱਤੇ ਕਿਰਪਾ ਦੇ ਰਸ ਵਿੱਚ ਆਏ। ਕਰਿਓ ਬਿਲੋਕਨ ਤੈ ਜਿਸ ਕਾਲਾ। ਜਦੋਂ ਸਤਿਗੁਰੂ ਜੀ ਨੇ ਇਹਦੇ ਵੱਲ ਕਿਰਪਾ ਭਰੀ ਨਿਗਾਹ ਨਾਲ ਵੇਖਿਆ, ਕਰ ਦੀਨੋ ਸੋ ਬਿਪਰ ਨਿਹਾਲਾ। ਪੰਡਤ ਕਿਸ਼ਨ ਲਾਲ ਨੂੰ ਮਹਾਰਾਜ ਜੀ ਨੇ ਉਸੇ ਵੇਲੇ ਨਿਹਾਲ ਤੇ ਕਰਤਾਰਥ ਕਰ ਦਿੱਤਾ। ਹੁਣ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਿਸ਼ਨ ਲਾਲ ਕੋਲ ਵਿਦਿਆ ਸੀ, ਅੰਤਰਯਾਮਤਾ ਵੀ ਸੀ, ਪਰ ਜਿਹੜੀ ਖੇਡ ਅੰਦਰ ਦੀ ਕੁੰਡੀ ਖੁੱਲਣ ਦੀ ਹੈ ਨਾ, ਉਹ ਕਲਗੀਧਰ ਦੀ ਕਿਰਪਾ ਤੋਂ ਬਿਨਾਂ ਨਹੀਂ ਸੀ ਖੁੱਲੀ। ਰਿੱਧੀ ਸਿੱਧੀ ਹੋਣੀ, ਕਰਾਮਾਤ ਹੋਣੀ, ਅੰਤਰਯਾਮਤਾ ਹੋਣੀ, ਉਰੇ ਦੀਆਂ ਗੱਲਾਂ ਨੇ। ਬ੍ਰਹਮ ਗਿਆਨ ਦੀ ਪਦਵੀ ਨੂੰ ਪਹੁੰਚਣਾ ਇਹ ਗੁਰੂ ਦੀ ਕੋਲ ਖੇਡ ਹੈ। ਇਹ ਗਮਤਾ ਕੇਵਲ ਗੁਰੂ ਕਿਰਪਾ ਨਾਲ ਹੋ ਸਕਦੀ ਹੈ। ਰਿੱਧੀ ਸਿੱਧੀ ਤਾਂ ਕੋਈ ਆਪ ਸਾਧਨਾ ਕਰ ਲਵੇ, ਆਪ ਕਿਸੇ ਮੰਤਰ ਦਾ ਜਪ ਕਰ ਲਏ, ਆਪ ਕਿਸੇ ਮੰਤਰ ਨੂੰ ਪੜ੍ਹ ਲਵੇ ਤਾਂ ਉਹਨੂੰ ਮਿਲ ਸਕਦੀ ਹੈ, ਕਰਾਮਾਤ ਮਿਲ ਸਕਦੀ ਹੈ, ਅਜਮਤ ਮਿਲ ਸਕਦੀ ਹੈ, ਵਿਦਿਆ ਮਿਲ ਸਕਦੀ ਹੈ, ਪਰ ਬ੍ਰਹਮ ਗਿਆਨ ਦੀ ਦਾਤ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਬ੍ਰਹਮ ਗਿਆਨ ਦੀ ਪਦਵੀ ਤਾਂ ਕੇਵਲ ਗੁਰੂ ਕੋਲੋਂ ਮਿਲਣੀ। ਤਦੇ ਗੁਰੂ ਬਾਬਾ ਜੀ ਨੇ ਕਿਹਾ, ਕੁੰਭੇ ਬੱਧਾ ਜਾਲ ਰਹਿ, ਜਾਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਪੰਡਤ ਕਿਸ਼ਨ ਲਾਲ ਕੋਲ ਕਿੰਨੀ ਵਿਦਿਆ ਹੋਵੇਗੀ, ਜਿਹਨੂੰ ਪਤਾ ਲੱਗ ਰਿਹਾ ਵੀ ਹਾਂ ਮਹਾਰਾਜ ਔਰੰਗਜ਼ੇਬ ਨੇ ਮਰ ਜਾਣਾ ਕੁਝ ਦਿਨਾਂ ਤਾਈਂ, ਤੁਸੀਂ ਉਹਨੂੰ ਨਹੀਂ ਮਿਲ ਪਾਉਣਾ, ਉਹਦਾ ਲੜਕਾ ਤੁਹਾਨੂੰ ਆ ਕੇ ਮਿਲੇਗਾ। ਬਹੁਤੇ ਤਾਂ ਇਹੀ ਇਹਦੀ ਵਿਦਿਆ ਵੇਖ ਕੇ ਇਹਨੂੰ ਝੁਕ ਜਾਂਦੇ ਹੋਣਗੇ ਵੀ ਤਾਂ ਬੜਾ ਬਾਬਾ ਅੰਤਰਜਾਮੀ, ਪਰ ਜਿਹੜੀ ਅੰਦਰਲੀ ਖੇਡ ਸੀ ਉਹਦੇ ਤੋਂ ਅਧੂਰਾ ਸੀ। ਉਹ ਜਦੋਂ ਕਲਗੀਧਰ ਨੇ ਵੇਖਿਆ, ਕਰਿਓ ਬਿਲੋਕਨ ਤਿਹ ਜਿਸ ਕਾਲਾ, ਕਰ ਦੀਨੋ ਸੋ ਬਿਪਰ ਨਿਹਾਲਾ। ਬਸ ਜਦੋਂ ਵੇਖਿਆ ਤੇ ਪੰਡਤ ਕਿਸ਼ਨ ਲਾਲ ਨੂੰ ਨਿਹਾਲ ਨਿਹਾਲ ਕਰ ਦਿੱਤਾ। ਮਹਿਮਾ ਜਾਨ ਪਰਨ ਪਗ ਚਾਹਾ। ਸਤਿਗੁਰਾਂ ਦੀ ਮਹਿਮਾ ਜਾਣ ਕੇ ਮਹਾਰਾਜ ਜੀ ਦੇ ਚਰਨੀ ਪੈਣਾ ਚਾਹੁੰਦਾ ਹੈ। ਕਰਿਓ ਹਟਾਵਨ ਸ਼੍ਰੀ ਪ੍ਰਭ ਤਾਹਾਂ। ਮਹਾਰਾਜ ਜੀ ਨੇ ਇੱਕ ਵਾਰੀ ਨੂੰ ਵਰਜਿਆ, ਰੋਕਿਆ, ਕਹਿਤ ਪਇਓ ਦ્વੈ ਘਰੀ ਦਰਸ ਤੇ। ਫਿਰ ਚਰਨੀ ਢਹਿ ਕੇ ਨਮਸਕਾਰਾਂ ਕਰਦਾ। ਗਰੀਬ ਨਵਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਮੈਂ ਕੇਵਲ 2 ਘੜੀਆਂ ਤੁਹਾਡੇ ਦਰਸ਼ਨ ਕੀਤੇ ਆ, 2 ਘੜੀਆਂ। ਇਹ ਕਥਾ ਬੜੇ ਧਿਆਨ ਨਾਲ ਸੁਣਨ ਵਾਲੀ ਹੈ। ਕਲਗੀਧਰ ਜੀ ਨੇ ਇਹਦੇ ਵਿੱਚ ਹੁਣ ਇੱਕ ਸਾਖੀ ਸੁਣਾਉਣੀ ਹੈ ਅੱਗੇ। ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਕੇਵਲ 2 ਘੜੀਆਂ ਦਰਸ਼ਨ ਕੀਤੇ ਨੇ। ਕਰਿਓ ਕਿਰਤਾਰਥ ਮਹਾਹਰਸ਼ ਤੇ। 2 ਘੜੀਆਂ ਦਰਸ਼ਨ ਕਰਕੇ ਮੈਂ ਕਿਰਤਾਰਥ ਹੋ ਗਿਆ, ਮੇਰੀ ਜ਼ਿੰਦਗੀ ਕਿਰਤਾਰਥ ਹੋ ਗਈ ਹੈ, ਮੇਰਾ ਜੀਵਨ ਕਿਰਤਾਰਥ ਹੋ ਗਿਆ। ਜੈ ਤੁਮ ਮਾਸ ਬਰਸ ਲਗ ਬਾਸੇ। ਤੁਸੀਂ ਮਹੀਨਾ ਮਹੀਨਾ ਰਹਿੰਦੇ ਹੋ ਮਹਾਰਾਜ, ਜਿੱਥੇ ਸਾਲਾਂ ਬੱਧੀ ਰਹੇ ਹੋ, ਤਹਾਂ ਹਜ਼ਾਰੋਂ ਸੁਮਤ ਪ੍ਰਕਾਸ਼ੇ। ਉੱਥੇ ਤਾਂ ਮਹਾਰਾਜ ਜੀ ਹਜ਼ਾਰਾਂ ਦੇ ਅੰਦਰ ਸੁਮਤ ਦਾ ਪ੍ਰਕਾਸ਼ ਹੋਇਆ ਹੋਣਾ। ਉਹਨਾਂ ਦੇ ਕਿੱਡੇ ਪੁੰਨ, ਉਹਨਾਂ ਨੂੰ ਕਿੰਨਾ ਕੁਝ ਮਿਲਿਆ ਹੋਣਾ। ਸੁਨ ਗੁਰ ਕਹਿਓ ਨਾ ਸ਼ਰਦਾ ਹੋਈ। ਮਹਾਰਾਜ ਜੀ 9 ਮਹੀਨੇ 9 ਦਿਨ 9 ਘੜੀਆਂ 9 ਪਲ ਦਮਦਮਾ ਸਾਹਿਬ ਰਹੇ ਨੇ। 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਦਾ ਸਮਾਂ। ਸਾਖੀ ਪੋਥੀ ਵਿੱਚ ਇਹ ਸਮਾਂ ਲਿਖਿਆ। ਹੁਣ ਇੰਨਾ ਸਮਾਂ ਡੱਲਾ ਨਾਲ ਰਿਹਾ, ਰਾਮ ਸਿੰਘ ਰਿਹਾ, ਫਤਿਹ ਸਿੰਘ ਰਿਹਾ। ਇਹ ਕਿਸ਼ਨ ਲਾਲ ਕੇਵਲ 2 ਘੜੀਆਂ ਹੀ ਰਿਹਾ ਤੇ ਕਿਰਤਾਰਥ ਹੋ ਗਿਆ। ਜੋ ਖੇਡ ਇਹਨੂੰ ਮਿਲ ਗਈ ਹੈ 2 ਘੜੀਆਂ 'ਚ, ਉਹ ਭਾਈ ਡੱਲੇ ਹੋਣਾ ਨੂੰ ਨਹੀਂ ਮਿਲੀ, ਉਹ ਰਾਮ ਸਿੰਘ ਹੋਣਾ ਨੂੰ ਨਹੀਂ ਪ੍ਰਾਪਤ ਹੋਈ। ਇਸ ਕਰਕੇ ਸਤਿਗੁਰੂ ਜੀ ਹੁਣ ਇੱਥੇ ਉਹ ਸਿਧਾਂਤ ਦੱਸਣ ਲੱਗੇ ਨੇ। ਮਹਾਰਾਜ ਜੀ ਕਹਿੰਦੇ ਵੀ ਜਿੱਥੇ ਅਸੀਂ ਬਹੁਤਾ ਸਮਾਂ ਰਹੇ ਹਾਂ ਨਾ, ਸ਼ਰਧਾ ਹੋਈ,
ਵਿਰਲਿਆਂ ਨੇ ਲਾਭ ਲਿਆ ਜਿਵੇਂ ਤੁਸੀਂ ਆ ਕੇ ਲੈ ਲਿਆ। ਮਹਾਰਾਜ ਜੀ ਕਹਿੰਦੇ ਏਦਾਂ ਵਿਰਲਿਆਂ ਨੇ ਲਾਭ ਲਿਆ, ਉਹਨਾਂ ਨੂੰ ਬਹੁਤਿਆਂ ਨੂੰ ਤਾਂ ਸ਼ਰਧਾ ਹੀ ਨਹੀਂ ਹੋਈ ਸਾਡੇ ਤੇ। ਹਾਂਜੀ, ਜਾਂ ਤੇ ਪਇਓ ਕਿਰਤਾਰਥ ਕੋਈ। ਇਸ ਕਰਕੇ ਪੰਡਤ ਜੀ, ਜਿੱਥੇ ਅਸੀਂ 10 ਮਹੀਨੇ ਰਹੀਏ ਜਾਂ ਸਾਲ ਰਹੇ ਹੋਈਏ ਜਾਂ ਕਈ ਸਾਲ ਰਹੇ ਹੋਈਏ, ਗੱਲ ਤਾਂ ਸ਼ਰਧਾ ਵਾਲਿਆਂ ਦੀ ਆ। ਉੱਥੇ ਵੀ ਕੋਈ ਵਿਰਲਾ ਹੀ ਕਿਰਤਾਰਥ ਹੋਇਆ, ਵਿਰਲਾ ਹੀ, ਭਾਵੇਂ ਆਉਂਦੇ ਲੱਖਾਂ ਸਨ, ਪਰ ਕਿਰਤਾਰਥ ਉੱਥੇ ਵੀ ਕੋਈ ਵਿਰਲਾ ਹੀ ਹੋਇਆ। ਇਸੀ ਬਾਤ ਪਰ ਸੁਨੋ ਕਹਾਣੀ। ਮਹਾਰਾਜ ਜੀ ਕਹਿੰਦੇ ਸੁਣੋ, ਤੁਹਾਨੂੰ ਇਹਦੇ ਤੇ ਕਹਾਣੀ ਸੁਣਾਈਏ, ਇੱਕ ਕਹਾਣੀ ਸੁਣਾਈਏ। ਪਰ ਜਹਾਜ ਲੈ ਸੋਜ ਮਾਨੀ। ਇੱਕ ਬਾਣੀਆ ਸੀ, ਉਹਨੇ ਜਹਾਜ਼ ਦੇ ਉੱਤੇ ਸਮਾਨ ਲੱਦਿਆ ਭਰ ਕੇ। ਗਇਓ ਬਨਕ ਟਾਪੂ ਮੈਂ ਤਾਂ। ਉਹ ਬਾਣੀਆ ਕਿਸੇ ਟਾਪੂ ਤੇ ਗਿਆ, ਦੂਜੇ ਤੇ ਵਪਾਰ ਕਰਨ ਵਾਸਤੇ। ਜਹਾਜ਼ ਦੇ ਉੱਤੇ ਸਮਾਨ ਲੱਦਿਆ, ਸਮੁੰਦਰੀ ਜਹਾਜ਼ ਤੇ ਲੱਦ ਕੇ ਉਹ ਸਮਾਨ ਕਿਸੇ ਦੂਜੇ ਟਾਪੂ ਤੇ ਗਿਆ। ਗਊ ਮਹਿਕ ਪ੍ਰਾਪਤ ਨੈ ਜਾਂ। ਉਹ ਜਿਹੜਾ ਦੂਜਾ ਟਾਪੂ ਸੀ, ਨਾ ਉੱਥੇ ਕੋਈ ਗਊ ਸੀ ਨਾ ਮੱਝ ਸੀ। ਉਹ ਟਾਪੂ ਇਹੋ ਜਿਹਾ ਸੀ, ਉੱਥੇ ਦੁੱਧ ਨਹੀਂ ਸੀ ਮਿਲਦਾ, ਉੱਥੇ ਗਊ ਮੱਝ ਕੋਈ ਨਹੀਂ ਸੀ। ਇੱਕ ਗੋ ਇਨੇ ਜਹਾਜ਼ ਚੜਾਈ। ਇਹ ਬਣੀਆਂ ਦੁੱਧ ਦਾ ਸ਼ੌਕੀਨ ਸੀ। ਇਹਨੇ ਆਖਿਆ ਵੀ ਦੂਜੇ ਟਾਪੂ ਚੱਲਿਆ, ਉੱਥੇ ਦੁੱਧ ਨਹੀਂ ਮਿਲਣਾ। ਇਹਨੇ ਇੱਕ ਦੁੱਧ ਦੇਣ ਵਾਲੀ ਜਿਹੜੀ ਗਾਂ ਸੀ, ਉਹ ਆਪਣੇ ਜਹਾਜ਼ ਦੇ ਉੱਤੇ ਨਾਲ ਲੱਦ ਲਈ। ਪੈ ਪੀਵਨ ਇਤ ਨਿਕਟ ਰਖਾਈ। ਗਊ ਦਾ ਦੁੱਧ ਪੀਣ ਵਾਸਤੇ ਗਊ ਇਹਨੇ ਆਪਣੇ ਨਾਲ ਰੱਖ ਲਈ। ਪਾਇਓ ਟਾਪੂ ਮੈਂ ਵਿਵਹਾਰ। ਜਦੋਂ ਦੂਜੇ ਟਾਪੂ ਤੇ ਪਹੁੰਚਿਆ, ਉੱਥੇ ਜਾ ਕੇ ਨੇ ਸੌਦਾ ਲਾਇਆ, ਗਊ ਵੀ ਲਾ ਲਈ। ਘਾਹ ਪੱਠਾ ਉੱਥੇ ਮਿਲ ਹੀ ਗਿਆ। ਇਹਨੇ ਘਾਹ ਪੱਠੇ ਦਾ ਗਊ ਨੂੰ ਪਾ ਦੇਣੇ, ਦੁੱਧ ਚੋ ਲੈਣਾ। ਜਿਹੜਾ ਸੌਦਾ ਸੀ ਉਹਦਾ ਵਪਾਰ ਕਰਨ ਲੱਗਾ। ਤੈਂ ਇੱਕ ਬਨਕ ਸਖਾ ਕੀਏ ਪਿਆਰ। ਉਸੇ ਟਾਪੂ ਤੇ ਇੱਕ ਹੋਰ ਬਣੀਆਂ, ਇਹਦਾ ਯਾਰ ਬਣ ਗਿਆ, ਇਹਦਾ ਮਿੱਤਰ ਬਣ ਗਿਆ। ਵਪਾਰ ਕਰਦਾ ਸੀ ਉਹ ਦੂਜੇ ਬਾਣੀਏ ਨਾਲ, ਇਹਦੀ ਮਿੱਤਰਤਾ ਪੈ ਗਈ। ਤੈਨੇ ਆਪਣੇ ਘਰ ਕਰਿਓ ਆਹਾਰਾ। ਇਹਨੇ ਕੀ ਕੀਤਾ, ਉਹਨੂੰ ਆਖਿਆ ਵੀ ਅੱਜ ਤੂੰ ਮੇਰੇ ਘਰ ਆ ਕੇ ਮੇਰੇ ਡੇਰੇ ਤੇ ਰੋਟੀ ਖਾਈ। ਅੱਜ ਉਹਨੂੰ ਖਾਣੇ ਤੇ ਇਹਨੇ ਸੱਦ ਲਿਆ। ਆਦਰ ਸਹਿਤ ਅਚਾਏ ਉਦਾਰਾ। ਇਹਨੇ ਬੜਾ ਸਤਿਕਾਰ ਕਰਕੇ ਬੜੇ ਵਧੀਆ ਭੋਜਨ ਜਿਹੜੇ ਇਧਰਲੇ ਦੇਸ਼ ਦੇ ਸਨ, ਉਸ ਟਾਪੂ ਤੇ ਨਹੀਂ ਸੀ ਮਿਲਦੇ, ਉਹਨੂੰ ਖਵਾਏ। ਤਿਸਨੇ ਇਸ ਕੋ ਬੋਲ ਪਠਾਇਓ। ਉਹਨੇ ਇਹਨੂੰ ਬੋਲ ਕੇ ਦੱਸਿਆ। ਪਾਇਸ ਭੋਜਨ ਭਲੇ ਖਵਾਇਓ। ਇਹਨੇ ਖੀਰ ਖਵਾਈ, ਦੁੱਧ ਦੇ ਵਿੱਚ ਬਣੀ ਖੀਰ। ਉਹਨੇ ਹੁਣ ਉਹ ਜਿਹੜਾ ਉਹ ਟਾਪੂ ਤੇ ਬਣੀਆਂ ਰਹਿੰਦਾ ਸੀ, ਉਹਨੇ ਕਦੀ ਖਾਧੀ ਨਹੀਂ ਸੀ ਖੀਰ, ਕਦੇ, ਕਿਉਂਕਿ ਦੁੱਧ ਹੀ ਨਹੀਂ ਸੀ ਹੁੰਦਾ ਉੱਥੇ। ਇਹ ਤਾਂ ਇਧਰੋਂ ਲੈ ਕੇ ਗਿਆ ਗਊ ਦੁੱਧ ਵਾਲੀ, ਤੋ ਇਹਨੇ ਉਹਨੂੰ ਖੀਰ ਖਵਾਈ। ਪ੍ਰਥਮ ਨਾ ਅਚੀ ਸੋ ਅਚਰਜ ਭਇਓ। ਉਹਨੇ ਜਦੋਂ ਖੀਰ ਖਾਧੀ, ਉਸ ਤੋਂ ਪਹਿਲਾਂ ਕਦੇ ਖਾਧੀ ਨਹੀਂ ਸੀ। ਉਹ ਬੜਾ ਆਸ਼ਚਰਜ ਹੋਇਆ, ਹੈਰਾਨ ਹੋਇਆ। ਇਹ ਕਿਆ ਆਏ ਸੋ ਬੂਜਨ ਕਇਓ। ਉਹਨੇ ਪੁੱਛਿਆ ਵੀ ਇਹ ਕੀ ਚੀਜ਼ ਹੈ। ਉਹਨੇ ਕਦੇ ਵੇਖੀ ਨਹੀਂ ਸੀ, ਦੁੱਧ ਵਾਲੀ ਚਿੱਟੇ ਦੁੱਧ ਵਿੱਚ ਬਣੀ ਖੀਰ ਤੱਕੀ ਨਹੀਂ ਸੀ ਕਦੇ। ਕਹਿਣ ਲੱਗਾ ਵੀ ਆਹ ਕੀ ਚੀਜ਼ ਹੈ। ਸੋ ਮੁਝ ਦਿਓ ਕਰੇ ਹਮ ਨੀਤ। ਇਹਦੇ ਚ ਕੀ ਪਾਇਆ, ਮੈਨੂੰ ਵੀ ਦੇ, ਮੇਰੇ ਕੋਲੋਂ ਪੈਸੇ ਲੈ ਲੈ, ਮੈਂ ਤਾਂ ਇਦਾਂ ਦੀ ਰੋਜ਼ ਬਣਾ ਕੇ ਖਾਇਆ ਕਰੂੰ। ਇਹ ਤਾਂ ਬੜੀ ਵਧੀਆ ਚੀਜ਼ ਬਣਾਈ ਆ। ਤਾਂ ਵੀ ਕੀ ਪਾਇਆ ਇਹਦੇ ਵਿੱਚ, ਤੂੰ ਮੈਨੂੰ ਕੋਈ ਇਹ ਜਿਹੜੀ ਚੀਜ਼ ਤੂੰ ਇਹਦੇ ਚ ਪਾਈ ਆ, ਜਿੰਨੇ ਪੈਸੇ ਲੈਣੇ ਆ ਲੈ ਮੇਰੇ ਕੋਲੋਂ, ਮੈਨੂੰ ਦੇ ਦੇ। ਇਹ ਆਹਾਰ ਹਰ ਖਾਵਤ ਚੀਤ। ਇਹ ਭੋਜਨ ਤਾਂ ਬੜਾ ਸਵਾਦੀ, ਮੈਂ ਤਾਂ ਰੋਜ਼ ਖਾਇਆ ਕਰਾਂਗਾ। ਤੇ ਜੋ ਇਹਦੇ ਵਿੱਚ ਤੂੰ ਪਾਇਆ, ਚਾਵਲ ਸਾਡੇ ਕੋਲ ਹੁੰਦੇ ਆ, ਪਰ ਆ ਜਿਹੜਾ ਚਿੱਟਾ ਚਿੱਟਾ ਜਿਹਾ ਇਹਦੇ ਚ ਪਾਇਆ, ਮੈਨੂੰ ਇਹ ਨਹੀਂ ਪਤਾ ਵੀ ਇਹ ਕੀ ਚੀਜ਼ ਹੈ। ਇਹ ਜਿਹੜੀ ਚੀਜ਼ ਤਾਂ ਇਹਦੇ ਚ ਪਾਈ ਆ, ਉਹ ਮੈਨੂੰ ਦੇ ਦੇ। ਸੁਨਤ ਬਨਕ ਤੈਨੂੰ ਸੋ ਦੀਨ। ਉਹਨੇ ਆਖਿਆ ਵੀ ਇਹ ਦੁੱਧ ਆ, ਜਿਹੜੀ ਗਊ ਆ, ਇਹਦੇ ਕੋਲੋਂ ਚੋਈਦਾ, ਤੇ ਆਹ ਤੈਨੂੰ ਨਾਮ ਹੁੰਦਾ ਗਊ ਦਾ। ਕਹਿੰਦਾ ਆ ਮੈਂ ਤੈਨੂੰ ਦੇ ਦੇਣਾ, ਲੈ ਜਾ। ਦੁਗਧ ਦੇਤ ਇਹ ਲਿਓ ਸੋਚੀਨ। ਆ ਦੁੱਧ ਦਿੰਦੀ ਆ, ਤੇ ਉਹ ਦੁੱਧ ਇਹਦੇ ਚੌਲਾਂ ਚ ਪਾ ਕੇ ਰਿੰਨੀ ਦਾ ਤੇ ਖੀਰ ਬਣਦੀ ਆ। ਦੇ ਕੇ ਗਊ ਜਹਾਜ਼ ਚਲਾਇਓ। ਇਹ ਤਾਂ ਉਹ ਜਾਣ ਵੇਲੇ ਜਿਹੜੀ ਗਊ ਸੀ ਨਾ, ਉਹਨੂੰ ਮਿੱਤਰ ਨੂੰ ਦੇ ਗਿਆ ਵੀ ਇਹ ਤੂੰ ਰੱਖ ਲੈ। ਆਪ ਉਹ ਜਹਾਜ਼ ਤੇ ਬੈਠਾ ਤੇ ਵਾਪਸ ਆ ਗਿਆ। ਇਹ ਦੱਸਣਾ ਭੁੱਲ ਗਿਆ ਵੀ ਇਹਦਾ ਦੁੱਧ ਕਿਵੇਂ ਚੋਣਾ। ਬਛੜਾ ਵੀ ਨਾਲ ਸੀ, ਵੀ ਇਹ ਕਿਵੇਂ ਦੁੱਧ ਦਿੰਦੀ ਹੈ, ਇਹ ਨਹੀਂ ਸੀ ਉਹਨੇ ਵੇਖਿਆ। ਤੇ ਉਹਨੂੰ ਪਹਿਲੇ ਜਿੱਦਣ ਦਿੱਤੀ ਜਾਣ ਵੇਲੇ, ਉਦੋਂ ਹੀ ਉਹ ਵਾਪਸ ਪਿੱਛੇ ਨੂੰ ਪਰਤ ਗਿਆ। ਜਾਣ ਵੇਲੇ ਉਹਨੇ ਭੋਜਨ ਕੀਤਾ ਸੀ ਉਹਦਾ, ਵੀ ਮੈਂ ਚਲਾ ਜਾਣਾ ਕੱਲ ਨੂੰ, ਤੇ ਤੂੰ ਅੱਜ ਰੋਟੀ ਖਾਣ ਆ ਜੀ ਮੇਰੇ ਕੋਲ।
ਵੀ ਜਾਂ ਦਾ 2-4 ਦਿਨ ਰਹਿੰਦਾ ਫਿਰ ਤਾਂ ਦੱਸ ਜਾਂਦਾ। ਉਸੇ ਦਿਨ ਹੀ ਗਊ ਦੇ ਕੇ ਤੇ ਉਹਨੂੰ ਚਲਾ ਗਿਆ। ਉਹਨੂੰ ਇਹ ਭੁੱਲ ਗਿਆ ਵੀ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਇਹ ਗਊ ਕਿਵੇਂ ਚੋਈਦੀ ਆ। ਉਥੋਂ ਵਾਪਸ ਚਲਾ ਆਇਆ। ਆਪਣੇ ਦੇਸ਼ ਵਿਖੇ ਇਹ ਆਇਓ, ਇਹ ਆਪਣੇ ਦੇਸ਼ ਨੂੰ ਵਾਪਸ ਚੱਲ ਕੇ ਆ ਗਿਆ। ਸੋ ਲੈ ਗਇਓ ਤੈਨੂੰ ਗ੍ਰਹਿ ਓਰਾ। ਉਹਨੇ ਕੀ ਕੀਤਾ, ਉਹ ਗਊ ਜਿਹੜਾ ਉਹ ਬਣੀਆਂ ਸੀ ਉਸ ਟਾਪੂ ਤੇ ਰਹਿਣ ਵਾਲਾ, ਉਹਨੇ ਲਈ ਤੇ ਘਰ ਲੈ ਗਿਆ ਆਪਣੇ। ਫਿਰ ਹੋਏ ਕਰ ਬਛਰੂ ਤੈ ਛੋਰਾ। ਉੱਥੇ ਜਾ ਕੇ ਨੇ ਬੰਨ ਦਿੱਤੀ ਤੇ ਜਿਹੜਾ ਬਛੜਾ ਸੀ ਉਹ ਛੱਡਿਆ। ਸੋ ਥਨ ਚੋਸਨ ਲਾਗਿਓ ਜਬੇ। ਉਹ ਜਿਹੜਾ ਬਛੜਾ ਸੀ ਉਹ ਦੁੱਧ ਚੁੰਗਣ ਲੱਗ ਪਿਆ ਥਣਾ ਦੇ ਵਿੱਚੋਂ। ਸੁਰਬੀ ਮੂਤਰ ਕਰਤ ਪੀਤਬੇ। ਗਊ ਦੀ ਆਦਤ ਹੁੰਦੀ ਆ ਵੀ ਜਦੋਂ ਦੁੱਧ ਲਾਉਂਦੀ ਆ ਨਾਲ ਉਹ ਪਿਸ਼ਾਬ ਦਾ ਤਿਆਗ ਕਰਦੀ ਹੈ। ਕਹਿੰਦੇ ਜਦੋਂ ਬਛੜਾ ਛੱਡਿਆ ਤੇ ਉਹ ਪਿੱਛੋਂ ਨੇ ਮੂਤਰ ਵਿਸਰਜਨ ਕੀਤਾ। ਬਾਸਨ ਵਿਖੇ ਬਨਕ ਲੈ ਲੀਨ। ਹੁਣ ਉਹਨੇ ਸੋਚਿਆ ਵੀ ਸ਼ਾਇਦ ਆਹੀ ਉਹ ਚੀਜ਼ ਹੈ ਜਿਹੜੀ ਖੀਰ ਚ ਪਾਈ ਸੀ। ਉਹਨੇ ਪਿਛਲੇ ਪਾਸਿਓਂ ਭਾਂਡਾ ਕੀਤਾ ਤੇ ਗਊ ਜਿਹੜਾ ਗਊ ਮੂਤਰ ਹੁੰਦਾ ਉਹ ਭਾਂਡੇ ਦੇ ਵਿੱਚ ਭਰ ਲਿਆ। ਰੀਦਨ ਕਰ ਪੁਨ ਖਾਵਨ ਕੀਨ। ਉਹ ਜਾ ਕੇ ਉਹਨੇ ਪਾ ਕੇ ਨਾ ਚਾਵਲਾਂ ਦੇ ਵਿੱਚ ਤੇ ਉਹਨੂੰ ਰਿੰਨਿਆ ਤੇ ਰਿੰਨ ਕੇ ਖਾਣ ਲੱਗਾ। ਜੇ ਤੇ ਅੱਜ ਵਾਂਗੂ ਕੋਈ ਬਾਬਾ ਹੁੰਦਾ ਤੇ ਸ਼ਾਇਦ ਉਹ ਪੈਕ ਬਣਾ ਕੇ ਵੇਚ ਕੇ ਵਪਾਰ ਹੀ ਕਰ ਲੈਂਦਾ ਵੀ ਇਹ ਤਾਂ ਬੜੀ ਵਧੀਆ ਗੁਣਕਾਰੀ ਸ਼ੈ ਹੈ। ਪਰ ਉਹਨੇ ਕੀ ਕੀਤਾ, ਪਾ ਕੇ ਨਾ ਚਾਵਲਾਂ ਦੇ ਵਿੱਚ ਉਹ ਗੋਮੂਤਰ ਤੇ ਜਾ ਕੇ ਰਿੰਨਿਆ ਤੇ ਰਿੰਨ ਕੇ ਜਦੋਂ ਖਾਣ ਲੱਗਾ ਕੋਰਾ ਪਾਏ ਸਵਾਦ ਪਛਤਾਇਓ। ਤੇ ਕਹਿੰਦੇ ਕੌੜਾ ਜ਼ਹਿਰ। ਕਹਿੰਦਾ ਪਤਾ ਨਹੀਂ ਕੀ ਚੀਜ਼ ਦੇ ਗਿਆ ਮੈਨੂੰ, ਉਹ ਬਣੀਆਂ ਮੇਰੇ ਨਾਲ ਬੜਾ ਧੋਖਾ ਕੀਤਾ ਉਹਨੇ। ਉਹ ਕਹਿੰਦਾ ਸੀ ਵੀ ਇਹਦੇ ਵਿੱਚੋਂ ਉਹ ਚੀਜ਼ ਨਿਕਲਦੀ ਆ ਜਿਹੜੀ ਚਾਵਲਾਂ 'ਚ ਪਾਈ ਦੀ ਆ, ਵੀ ਆਹ ਤਾਂ ਕੁਝ ਹੋਰ ਹੀ ਚੀਜ਼ ਆ। ਬੜਾ ਕੁੜੱਤਣ ਦੇ ਭਰਿਆ ਹੋਇਆ ਜਦੋਂ ਵੇਖਿਆ ਤੇ ਬੜਾ ਦੁਖੀ ਹੋਇਆ। ਮੋਸੋ ਦਗਾ ਬਨਕ ਕਰ ਦਿਓ। ਕਹਿੰਦਾ ਬਾਣੀਏ ਨੇ ਮੇਰੇ ਨਾਲ ਦਗਾ ਕੀਤਾ ਬਈ। ਉਹ ਨਹੀਂ ਮਿੱਤਰ ਬਣਿਆ ਮੇਰਾ, ਮੈਂ ਤਾਂ ਉਹਦਾ ਮਿੱਤ ਬਣਿਆ, ਉਹਦਾ ਭਲਾ ਕੀਤਾ। ਇੱਥੇ ਮੇਰੇ ਟਾਪੂ ਤੇ ਆਇਆ ਸੀ, ਮੈਂ ਉਹਦਾ ਵਪਾਰ ਕਰਾਇਆ, ਉਹਦਾ ਫਾਇਦਾ ਕਰਾਇਆ, ਉਹਦਾ ਸੌਦਾ, ਪਰ ਮੇਰੇ ਨਾਲ ਉਹਨੇ ਬੜਾ ਦਗਾ ਕੀਤਾ, ਫਰੇਬ ਕੀਤਾ। ਤਿਮ ਇਹ ਲੋਕ ਰਹੇ ਹਮ ਪਾਸ। ਮਹਾਰਾਜ ਜੀ ਕਹਿੰਦੇ ਵੀ ਇਹ ਖੇਡ ਹੈ ਉਹਨਾਂ ਲੋਕਾਂ ਦੀ ਜਿਹੜੇ ਬਹੁਤਾ ਸਮਾਂ ਸਾਡੇ ਕੋਲ ਰਹੇ। ਜਾਨੀ ਜੁਗਤ ਨ ਸੁਮਤ ਪ੍ਰਕਾਸ਼। ਉਹਨਾਂ ਬਹੁਤਿਆਂ ਨੇ ਤਾਂ ਕੋਲ ਰਹਿ ਕੇ ਨਾ ਸਾਡੀ ਜੁਗਤ ਜਾਣੀ ਤੇ ਨਾ ਸੁਮਤ ਦਾ ਉਹਨਾਂ ਅੰਦਰ ਪ੍ਰਕਾਸ਼ ਹੋ ਸਕਿਆ। ਦੁਗਧ ਨ ਲੀਨ ਮੂਤਰ ਕੋ ਲਿਓ। ਮਹਾਰਾਜ ਜੀ ਕਹਿੰਦੇ ਦੁੱਧ ਨਹੀਂ ਲਿਆ, ਉਹਨਾਂ ਨੇ ਕੇਵਲ ਜਿਹੜੀ ਇਹ ਗੰਦਗੀ ਸੀ ਉਸ ਨੂੰ ਹੀ ਗ੍ਰਹਿਣ ਕੀਤਾ। ਹਮ ਪਰ ਦੋਸ਼ ਬੌਰ ਧਰ ਦਿਓ। ਉਹਨਾਂ ਵਿੱਚੋਂ ਬਹੁਤਿਆਂ ਨੇ ਸਾਡੇ 'ਚ ਹੀ ਦੋਸ਼ ਕੱਢ ਦਿੱਤੇ। ਵੇਖੋ ਜੀ ਗੁਰੂ ਜੀ ਉਂਝੇ ਹੀ ਲੜੀ ਜਾਂਦੇ ਆ, ਉਂਝੇ ਹੀ ਜੰਗ ਕਰੀ ਜਾਂਦੇ ਆ ਜੀ। ਇਹਨਾਂ ਨੂੰ ਕੀ ਲੋੜ ਹੈ ਔਰੰਗਜ਼ੇਬ ਨਾਲ ਲੜਾਈ ਕਰਨ ਦੀ, ਕੀ ਲੋੜ ਹੈ ਫੌਜਾਂ ਰੱਖ ਕੇ ਜੰਗ ਯੁੱਧ ਕਰਨ ਦੀ। ਮਹਾਰਾਜ ਜੀ ਕਹਿੰਦੇ ਬਹੁਤਿਆਂ ਨੂੰ ਤਾਂ ਸਾਡੀਆਂ ਕਮੀਆਂ ਦਿਸਦੀਆਂ ਨੇ ਸਨ ਕੋਲ। ਜਿਵੇਂ ਉਹਨੇ ਗਊ ਦੇ ਕੋਲੋਂ ਮੂਤਰ ਹੀ ਲਿਆ ਨਾ, ਮਹਾਰਾਜ ਜੀ ਕਹਿੰਦੇ ਦੁੱਧ ਨਹੀਂ ਲਿਆ। ਕਹਿੰਦੇ ਏਦਾਂ ਬਹੁਤੇ ਪੰਡਤ ਜੀ, ਬਹੁਤੇ ਤਾਂ ਕੇਵਲ ਇਹੀ ਵੇਖਦੇ ਰਹੇ ਜੀ ਗੁਰੂ ਸਾਹਿਬ ਚੰਗਾ ਇਹ ਨਹੀਂ ਕਰ ਰਹੇ ਠੀਕ। ਵੇਖੋ ਜੀ ਇਹਨਾਂ ਤੇ ਚੰਡੀ ਪੁੱਠੀ ਪੈ ਗਈ। ਕਈ ਗੱਲਾਂ ਕੀਤੀਆਂ ਗੁਰੂ ਸਾਹਿਬ ਦੇ ਬਾਬਤ। ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਤਾਂ ਕੋਈ ਵਿਰਲਾ ਹੀ ਜਾਣ ਸਕਿਆ ਜਿਹਨੂੰ ਗੁਰੂ ਨੇ ਜਣਾਇਆ। ਬਹੁਤੇ ਤਾਂ ਭਰਮ 'ਚ ਹੀ ਪਏ ਰਹੇ। ਮਿਲਿਓ ਬਨਕ ਸੋ ਜਬ ਨਰ ਗਿਆਤਾ। ਕਹਿੰਦੇ ਫੇਰ ਉਸ ਬਣੀਏ ਨੂੰ ਕੋਈ ਗਿਆਨਵਾਨ ਬੰਦਾ ਬਾਅਦ ਵਿੱਚ ਟੱਕਰਿਆ। ਉਹ ਜਿਹੜਾ ਜਾਣਦਾ ਸੀ ਵੀ ਇਹ ਗਊ ਦਾ ਦੁੱਧ ਕਿਵੇਂ ਚੋਣਾ, ਉਹਨੂੰ ਪਤਾ ਸੀ ਵੀ ਇਸ ਦੁੱਧ ਦੀ ਪ੍ਰਾਪਤੀ ਕਿਵੇਂ ਹੁੰਦੀ ਆ। ਉਹਨੇ ਜਾ ਕੇ ਫਿਰ ਬਣੀਏ ਨੂੰ ਦੱਸਿਆ, ਬਣੀਆਂ ਜੀ ਦੁਗਧ ਕਾਢਬੋ ਤਿਨ ਤਵ ਜਾਤਾ। ਉਹਨੇ ਦੱਸਿਆ ਵੀ ਏਦਾਂ ਦੁੱਧ ਚੋਈਦਾ, ਇਹਨਾਂ ਥਣਾਂ 'ਚੋਂ ਦੁੱਧ ਪ੍ਰਾਪਤ ਹੁੰਦਾ ਹੈ। ਉਹ ਤਾਂ ਗੰਦਗੀ ਹੈ, ਉਹ ਤਾਂ ਗੋਮੂਤਰ ਹੈ, ਇਹ ਦੁੱਧ ਹੈ। ਦੁੱਧ ਚੋਣ ਦਾ ਤਰੀਕਾ ਦੱਸਿਆ, ਕਿੱਥੋਂ ਦੁੱਧ ਪ੍ਰਾਪਤ ਹੁੰਦਾ ਉਹ ਦੱਸਿਆ। ਤੇ ਫਿਰ ਬਣੀਏ ਨੂੰ ਦੁੱਧ ਮਿਲਿਆ ਤੇ ਉਹਨੇ ਆਖਿਆ ਹਾਂ ਧੰਨਵਾਦ ਉਸ ਮਿੱਤਰ ਦਾ ਮੇਰੇ ਦਾ ਜਿਹੜਾ ਮੈਨੂੰ ਇੰਨੀ ਕੀਮਤੀ ਸ਼ੈ ਦੇ ਕੇ ਗਿਆ। ਨਹੀਂ ਤਾਂ ਪਹਿਲਾਂ ਗਾਲਾਂ ਹੀ ਕੱਢਣ ਲੱਗ ਪਿਆ ਸੀ ਵੀ ਮੇਰੇ ਨਾਲ ਧੋਖਾ ਕਰ ਗਿਆ। ਹਾਂਜੀ ਜਾਂ ਤੇ ਕਿਨ ਕਿਨ ਸ਼ੁਭ ਮਤ ਤਾਰੀ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਸਾਡੇ ਨਾਲ ਭਾਵੇਂ ਬਹੁਤਾ ਲੰਮਾ ਸਮਾਂ ਕਈ ਰਹੇ,
ਪਰ ਉਹਨਾਂ ਵਿੱਚੋਂ ਸ਼ੁਭ ਮਤ ਧਾਰਨ ਕਰਨ ਵਾਲੇ ਕੋਈ ਵਿਰਲੇ ਵਿਰਲੇ ਸਨ। ਬਹੁਤੇ ਮਹਿਮਾ ਨੂੰ ਨਹੀਂ ਪਛਾਣ ਸਕੇ। ਵੇਖੋ ਡੱਲਾ 9 ਮਹੀਨੇ ਮਹਾਰਾਜ ਜੀ ਦੇ ਕੋਲ ਰਿਹਾ ਤੇ ਰਾਤ ਦੇ ਹਨੇਰੇ 'ਚ ਚੋਰਾਂ ਵਾਂਗੂ ਦੌੜ ਗਿਆ। ਇਹ ਪ੍ਰਤੱਖ ਪ੍ਰਮਾਣ ਹੀ ਸੀ ਨਾ। ਪਤਾ ਵੀ ਸੀ ਗੁਰੂ ਸਾਹਿਬ ਦੀ ਮਹਿਮਾ ਦਾ ਪਰਮੇਸ਼ਵਰ ਨੇ, ਪਰ ਜਿਹੜੀ ਅਸਲੀ ਖੇਡ ਸੀ ਅੰਦਰ ਦੀ ਗੁਰਦੇਵ ਦੀ, ਉਹ ਨਹੀਂ ਜਾਣ ਸਕਿਆ। ਉਹ ਜਾਣਨ ਵਾਲੇ ਸਨ ਭਾਈ ਪਰਮ ਸਿੰਘ, ਧਰਮ ਸਿੰਘ। ਉਹ ਵੀ ਤਾਂ ਉੱਥੇ ਹੀ ਰਹਿੰਦੇ ਸੀ। ਭਾਵੇਂ ਉਹ ਦਮਦਮਾ ਸਾਹਿਬ ਨਹੀਂ ਸੀ ਰਹਿੰਦੇ, ਆਪਣੇ ਪਿੰਡੋਂ ਰੋਜ਼ ਜਾਂਦੇ ਸੀ ਭਾਈ ਰੂਪੇ ਤੋਂ, ਤੇ ਜੋ ਜਾ ਕੇ ਦਰਸ਼ਨ ਕਰਦੇ ਸਨ ਉਹ ਜਾਣ ਗਏ, ਉਹ ਕੋਲ ਰਹਿ ਕੇ ਨਹੀਂ ਜਾਣ ਸਕਿਆ। ਇਸ ਕਰਕੇ ਜਿਹੜੀ ਸਾਧਨਾ ਦੀ ਖੇਡ ਹੁੰਦੀ ਹੈ ਨਾ, ਕਈ ਕਹਿੰਦੇ ਜੀ ਇਹਨੂੰ ਤਾਂ 50 ਸਾਲ ਹੋ ਗਏ ਨੇ ਭਜਨ ਕਰਦੇ ਆ, ਤੇ ਕਈਆਂ ਨੂੰ 50 ਦਿਨ ਵੀ ਨਹੀਂ ਲੰਘਦੇ ਤੇ ਉਸ ਖੇਡ ਨੂੰ ਪਹੁੰਚ ਜਾਂਦੇ ਨੇ, ਤੇ ਕਈਆਂ ਦੇ 50 ਸਾਲ ਲੱਗ ਜਾਣ ਤੇ ਤਾਂ ਵੀ ਉਹ ਖੇਡ ਨੂੰ ਨਹੀਂ ਪਹੁੰਚਦੇ। ਕਿਉਂਕਿ ਬੰਦਗੀ ਤੇ ਪਰਮਾਰਥ ਦੀ ਜਿਹੜੀ ਖੇਡ ਹੈ ਨਾ, ਇੱਕ ਜਨਮ ਦੀ ਨਹੀਂ ਹੈ। ਇੱਕ ਜਨਮ ਦੀ ਖੇਡ ਨਹੀਂ। ਇੱਕ ਜਨਮ ਕਿੱਡਾ ਕੁ ਹੁੰਦਾ ਸਾਡਾ। ਸਾਨੂੰ ਜਾਪਦਾ ਬੜੀ ਲੰਮੀ ਆਯੂ ਹੈ, ਪਰ ਇਹ ਤਾਂ ਕਦੇ ਸੂਰਜ ਦੇ ਸਾਹਮਣੇ ਖਲੋ ਕੇ ਵੇਖੋ, ਤੁਹਾਡੀ ਉਮਰ ਸੂਰਜ ਦੇ ਸਾਹਮਣੇ ਕਿੰਨੀ ਕੁ ਹੈ। ਧਰਤੀ ਤੇ ਜਿੱਥੇ ਜਨਮ ਲਿਆ, ਇਸ ਧਰਤੀ ਦੇ ਸਾਹਮਣੇ ਸਾਡੀ ਉਮਰ ਕਿੰਨੀ ਕੁ ਹੈ। ਸਾਡੇ ਸਾਹਮਣੇ ਇੱਕ ਮੱਛਰ ਦੀ ਜ਼ਿੰਦਗੀ ਕਿਤਨੀ ਕੁ ਹੁੰਦੀ, ਛੋਟੇ ਜਿਹੇ ਕੀੜੇ ਦੀ ਕਿਤਨੀ ਕੁ ਜ਼ਿੰਦਗੀ ਹੁੰਦੀ ਹੈ। ਇਸ ਕਰਕੇ ਇੱਕ ਜਨਮ ਦੀ ਖੇਡ ਨਹੀਂ। ਗੁਰੂ ਸਾਹਿਬ ਇੱਥੇ ਦੱਸਣਾ ਚਾਹੁੰਦੇ ਆ, ਕਈ ਵਾਰ ਕੋਲ ਰਹਿਣ ਵਾਲੇ ਵੇ ਭੇਦ ਨਹੀਂ ਪਛਾਣਦੇ, ਤੇ ਕਈ ਵਾਰ ਦੂਰ ਰਹਿਣ ਵਾਲੇ ਬੜਾ ਰਸ ਮਾਣ ਲੈਂਦੇ ਆ। ਗੁਰੂ ਨਾਨਕ ਸਾਹਿਬ ਦੇ ਪਾਵਨ ਅੰਮ੍ਰਿਤ ਬਚਨ ਨੇ ਕਿ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ, ਉਹਦੇ ਆਲੇ ਦੁਆਲੇ ਜਾਲਾ ਵੀ ਹੁੰਦਾ ਹੈ ਪਾਣੀ 'ਚ, ਐਨ ਜੜ ਦੇ ਕੋਲ ਰਹਿੰਦਾ ਡੱਡੂ। ਡੱਡੂ ਉਸ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ, ਉਹਦੇ ਆਲੇ ਦੁਆਲੇ ਫੈਲੇ ਹੋਏ ਜਾਲੇ ਨੂੰ ਖਾਂਦਾ। ਦਾਦਰ ਤੂੰ ਕਬਹਿ ਨਾ ਜਾਣਸ ਰੇ, ਪਾਖਸ ਸਿਬਾਲ ਬਸਸ ਨਿਰਮਲ ਜਾਲ, ਪਦਮਨ ਜਾਵਲ ਰੇ। ਉਹ ਜਾਲਾ ਖਾਂਦਾ, ਪਰ ਭੌਰਾ ਜਿਹੜਾ ਕਮਲ ਦੇ ਫੁੱਲ ਦੇ ਕੋਲ ਉਹਦੀ ਜੜ 'ਚ ਨਹੀਂ ਰਹਿੰਦਾ, ਉਹ ਦੂਰੋਂ ਕਿਤੇ ਆਉਂਦਾ, ਦੂਰੋਂ ਆਉਂਦਾ ਉੱਡ ਕੇ, ਉਹ ਉੱਡ ਕੇ ਦੂਰੋਂ ਆਉਂਦਾ, ਕਮਲ ਦੇ ਫੁੱਲ ਦੇ ਪਰਾਗ ਦੇ ਵਿੱਚ ਆਪਣਾ ਮੂੰਹ ਲਿਆ ਕੇ ਰੱਖਦਾ ਤੇ ਉਹਦੇ 'ਚ ਰਸ ਚੂੰਦਾ, ਉਹਦੇ 'ਚ ਰਸ ਮਾਣ ਕੇ ਉਹ ਆਨੰਦ ਨਾਲ ਭਰ ਜਾਂਦਾ, ਤੇ ਜੜ ਵਿੱਚ ਬੈਠਾ ਡੱਡੂ ਉਸ ਕਮਲ ਦੇ ਫੁੱਲ ਦੀ ਸਾਰ ਨੂੰ ਨਹੀਂ ਜਾਣਦਾ। ਗਰੀਬ ਨਵਾਜ ਸਾਹਿਬ ਜੀ ਇੱਥੇ ਸਿਧਾਂਤ ਦੱਸ ਰਹੇ ਨੇ ਇਸ ਸਾਖੀ ਮੁਤਾਬਕ ਕਿ ਕਈ ਵਾਰ ਕੋਲ ਰਹਿ ਕੇ ਵੀ ਬੰਦੇ ਬੜੇ ਦੂਰ ਹੁੰਦੇ ਨੇ, ਤੇ ਕਈ ਵਾਰ ਕੋਈ ਬਹੁਤ ਦੂਰ ਰਹਿ ਕੇ ਵੀ ਸਾਹਿਬ ਦੇ ਨੇੜੇ ਰਹਿੰਦਾ ਹੈ। ਇਸ ਕਰਕੇ ਗਰੀਬ ਨਵਾਜ ਜੀ ਕਹਿੰਦੇ ਕੋਈ ਵਿਰਲਾ ਹੈ ਪੰਡਤ ਜੀ ਜਿਹਨੇ ਸਾਡੀ ਖੇਡ ਨੂੰ ਸਮਝਿਆ, ਸਾਡੀ ਰਮਜ ਨੂੰ ਬੁੱਝਿਆ ਹੈ। ਜਾਂ ਤੇ ਕਿਨ ਕਿਨ ਸ਼ੁਭ ਮਤ ਧਾਰੀ। ਇਸ ਕਰਕੇ ਕਿਸੇ ਕਿਸੇ ਨੇ ਸ਼ੁਭ ਮਤ ਧਾਰੀ ਹੈ। ਜਿਨ੍ਹਾਂ ਨੇ ਧਾਰੀ ਆ, ਹੁਣ ਉਹ ਦੂਸਰਿਆਂ ਨੂੰ ਦੱਸਣਗੇ ਜਿਹੜੇ ਨਹੀਂ ਧਾਰਨ ਕਰ ਸਕੇ। ਉਹਨਾਂ ਨੂੰ ਦੱਸਣਗੇ ਬਈ ਆ ਜਿਹੜੇ ਬਾਜਾਂ ਵਾਲੇ ਸਾਹਿਬ ਨੂੰ ਤੁਸੀਂ ਕੀ ਜਾਣਦੇ ਸੀ, ਉਹ ਕੀ ਖੇਡ ਦੇ ਮਾਲਕ ਨੇ, ਜਾਣੋ। ਜਿਵੇਂ ਉਸ ਬਣੀਏ ਨੂੰ ਕਿਸੇ ਨੇ ਦੱਸਿਆ ਨਾ ਆ ਕੇ ਵੀ ਦੁੱਧ ਇੱਥੋਂ ਮਿਲਦਾ, ਏਦਾਂ ਜਿਨ੍ਹਾਂ ਨੇ ਸਾਡੀ ਮਹਿਮਾ ਬਾਰੇ ਜਾਣਿਆ ਉਹ ਅੱਗੇ ਦੱਸਣਗੇ, ਦਰਸਾਉਣਗੇ। ਨਹੀਂ ਤਾਂ ਸਵਰੇ ਮੂਤਰ ਅਧਿਕਾਰੀ। ਨਹੀਂ ਤਾਂ ਬਹੁਤੇ ਤਾਂ ਮਹਾਰਾਜ ਜੀ ਕਹਿੰਦੇ ਕੇਵਲ ਮੂਤਰ ਵਿਸਰਜਣ ਦੇ ਅਧਿਕਾਰੀ ਰਹੇ, ਕਮੀਆਂ ਹੀ ਵੇਖਦੇ ਰਹੇ। ਸੁਣ ਕੇ ਦਿਜ ਆਨੰਦ ਔਰ ਤਾਰਿਓ। ਪੰਡਤ ਕਿਸ਼ਨ ਲਾਲ ਜੀ ਬੜੇ ਆਨੰਦਿਤ ਹੋਏ। ਤਨ ਧੰਨ ਸਤਿਗੁਰ ਨੇ ਉਚਾਰਿਓ। ਆਖਿਆ ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ, ਧੰਨ ਹੋ ਗਰੀਬ ਨਵਾਜ ਜੀ। ਤਤ ਚਿਨ ਗਿਆਤ ਪਾਏ ਕਰ ਗਇਓ। ਤਤ ਚਿਨ ਗਿਆਨ ਦੀ ਪ੍ਰਾਪਤੀ ਹੋਈ, ਕਿਉਂਕਿ ਦੀਵਾ ਵੀ ਬਣਿਆ ਸੀ, ਤੇਲ ਵੀ ਸੀ ਤੇ ਬੱਤੀ ਵੀ ਸੀ, ਬਸ ਅਗਨੀ ਲੱਗਣੀ ਸੀ। ਉਹ ਮੇਰੇ ਸਾਹਿਬ ਗੁਰੂ ਕਲਗੀਧਰ ਨੇ ਲਾ ਦਿੱਤੀ, ਕਿਉਂਕਿ ਸਾਧਨਾ
ਪੂਰਵਲੇ ਜਨਮ ਦੀ ਵੀ ਸੀ ਕਿਸ਼ਨ ਲਾਲ ਦੀ, ਕੋਈ ਬੰਦਗੀ ਸੀ, ਤਦੇ ਉਸੇ ਵੇਲੇ 2 ਘੜੀਆਂ 'ਚ ਗਿਆਨ ਪ੍ਰਾਪਤ ਹੋ ਗਿਆ। ਗੁਰ ਜਸ ਜੈ ਕੈ ਬਰਨਤ ਭਇਓ। ਜਿੱਥੇ ਜਿੱਥੇ ਗਿਆ ਸਤਿਗੁਰਾਂ ਦਾ ਜਸ ਕਰਦਾ ਰਿਹਾ, ਸਤਿਗੁਰਾਂ ਦੀ ਮਹਿਮਾ ਕਥਨ ਕਰਦਾ ਰਿਹਾ। ਮਹਾਰਾਜ ਗਰੀਬ ਨਵਾਜ ਸਾਹਿਬ ਗੁਰੂ ਕਲਗੀਧਰ ਜੀ ਨੌਰ ਪਿੰਡ ਵਿਖੇ ਬਿਰਾਜਮਾਨ ਨੇ। ਇੱਥੇ ਜਿਵੇਂ ਸਾਹਿਬ ਜੀ ਕੌਤਕ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ ਨੂੰ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਸਾਡੀ ਸੇਵਾ ਸਾਹਿਬ ਜੀ ਆਪਣੇ ਚਰਨਾਂ 'ਚ ਪ੍ਰਵਾਨ ਕਰ ਲੈਣ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਪਰੰਪਰ ਹਰ ਹਰੇ ਹੈ ਪੀਓ ਅਣਿਆਰ ਇਹ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।